कहानी पिछा रह गया दूर। कहानीकारा दीप्ति बबूटा, आवाज सीमा गरेवाल। जो सुख छज्जू दे चुपारे, न बलख न बुखारे। जो सुख छज्जू दे चुपारे, न बलख न बुखारे। ਉਹ ਵੀ ਕੋਈ ਬੰਦਾ ਹੋਇਆ ਜਿਹੜਾ ਸਿਰ ਲੁਕਾਉਣ ਲਈ ਇੱਕ ਕੁੱਲੀ ਨਾ ਛੱਤ ਸਕੇ। ਬੰਦੇ ਦੀ ਦੌੜ ਘਰ ਤੋਂ ਘਰ ਤੱਕ। ਪੰਛੀ ਜਨੌਰ ਵੀ ਤਿਨਕਾ ਤਿਨਕਾ ਇਕੱਠਾ ਕਰਦੇ ਆ, ਵਿਚੜੇ ਵਰਗਾ ਆਲਣਾ ਨਾ ਬਣਾ ਸਕਣ, ਪਰ ਚਿੜੀਆਂ ਵੀ ਆਂਡੇ ਦੇਣ ਤੋਂ ਪਹਿਲਾਂ ਕੱਖ ਕਰਨਾ ਜੋੜਦੀਆਂ। ਧਰਤੀ ਦੇ ਜੀਵ ਖੁੱਡਾਂ ਪੁੱਟ ਕੇ ਪਰਿਵਾਰ ਦਾ ਸਿਰ ਢੱਕਣ ਦੀ ਚਾਰਾਜੋਈ ਕਰਦੇ ਆ। ਸਾਰੀ ਉਮਰ ਆ ਸਰਕਾਰੀ ਖੁੱਡੀ 'ਚ ਤੇ ਨਹੀਂ ਨਾ ਘੱਟ ਹੋਣੀ। ਨਵੀਂ ਥਾਂ ਤੇ ਸੈੱਟ ਹੋਏ ਨਹੀਂ ਹੁੰਦੇ ਤੇ ਆਰਡਰ ਆ ਜਾਣਗੇ ਕਿ ਬਦਲੀ ਹੋ ਗਈ, ਸਮਾਨ ਬੰਨੋ, ਕਦੇ ਇਸ ਸਟੇਸ਼ਨ ਤੇ ਕਦੀ ਉਸ ਸਟੇਸ਼ਨ। ਵੀ ਨੌਕਰੀ ਜਿੱਥੇ ਵੀ ਕਰੋ, ਜਿੱਥੇ ਸੁੱਖ ਹੋਵੇ ਉੱਥੇ ਰਹੋ, ਪਰ ਜੇ ਬੰਦੇ ਦਾ ਆਪਣਾ ਕੋਈ ਤਾਂ ਪੱਕਾ ਟਿਕਾਣਾ ਹੋਵੇ ਨਾ। ਇੱਥੋਂ ਪੁੱਟ ਕੇ ਉੱਥੇ ਲਾਓ, ਉੱਥੋਂ ਪੁੱਟ ਕੇ ਉੱਥੇ ਲਾਉਂਦੇ ਆ, ਪੌਦਾ ਵੀ ਜੜ ਛੱਡ ਜਾਂਦਾ। ਹਾਏ ਰੱਬ ਜਾਣੇ ਬਾਲਾਂ ਦੇ ਸਕੂਲਾਂ ਦੀ ਅਦਲਾ ਬਦਲੀ ਕੀ ਚੰਨ ਚੜਾਊਗੀ। ਪਤਾ ਲੱਗੂ ਜਿੱਦਾਂ ਰਿਟਾਇਰ ਹੋਏ ਤੇ ਜੁੱਲੀ ਬਿਸਤਰਾ ਲੈ ਕੇ ਰਾਹ ਨਾ ਮਿਲਿਆ ਸਿਰ ਲੁਕਾਉਣ ਦਾ। ਸਮਾਨ ਪੈਕ ਕਰਦੀ ਮਾਲਤੀ ਦੇ ਇਹ ਸ਼ਬਦ ਪਹਿਲੀ ਵਾਰ ਨਹੀਂ ਸੀ ਸੁਣੇ ਜਾ ਰਹੇ। ਅਸਲ ਵਿੱਚ ਘਰ ਦੇ ਨਿੱਕੇ ਵੱਡੇ ਸਾਰੇ ਕੰਨ ਆਦੀ ਹੋ ਚੁੱਕੇ ਨੇ ਸੁਣਨ ਦੇ, ਤੇ ਬੁੱਲਾਂ ਨੂੰ ਆਦਤ ਪੈ ਚੁੱਕੀ ਹੈ ਚੁੱਪ ਰਹਿਣ ਦੀ। ਅੱਖਾਂ ਇਸ ਮਾਮਲੇ ਵਿੱਚ ਖੁਸ਼ਕਿਸਮਤ ਰਹਿੰਦੀਆਂ, ਮੌਕੇ ਦਾ ਭਰਪੂਰ ਆਨੰਦ ਮਾਣਦੀਆਂ ਤੇ ਖੂਬ ਠਾਕੇ ਮਾਰਦੀਆਂ। ਜੇ ਕਿਧਰੇ ਉਸ ਦੀਆਂ ਗੱਲਾਂ ਦਾ ਦਿਮਾਗ ਨੋਟਿਸ ਲੈ ਲਵੇ ਨਾ, ਤਾਂ ਦਿਲ ਦਾ ਵਹਿਣ ਅੱਖਾਂ ਨੂੰ ਠੱਲਣਾ ਔਖਾ ਹੋ ਜਾਂਦਾ। ਨਵੇਂ ਕੁਆਟਰ 'ਚ ਸਮਾਨ ਟਿਕਾ ਰਹੀ ਹੁੰਦੀ, ਜਾਂ ਅਗਲੇ ਸਟੇਸ਼ਨ ਜਾਣ ਦੀ ਤਿਆਰੀ ਕਰਦੀ ਸਮਾਨ ਬੰਨ ਰਹੀ ਹੁੰਦੀ, ਉਹਦੀ ਬੁੜਬੁੜ ਉਦੋਂ ਤੱਕ ਨਾ ਰੁਕਦੀ ਜਦੋਂ ਤੱਕ ਨਵੇਂ ਮਾਹੌਲ 'ਚ ਰਚ ਮਿਚ ਕੇ ਜ਼ਿੰਦਗੀ ਦੀ ਰੇਲ ਪਟੜੀ ਤੇ ਨਾ ਆ ਜਾਂਦੀ। ਜਦੋਂ ਘਰ ਦੇ ਕੰਮ 'ਚ ਲੱਗੀ ਨੂੰ ਸਮਾਨ ਟਿਕਾਉਣ 'ਚ ਦਿੱਕਤ ਪੇਸ਼ ਆ ਜਾਂਦੀ ਨਾ, ਜਾਂ ਫਿਰ ਕੰਮ ਤੋਂ ਵਿਹਲੀ ਹੋ ਕੇ ਝੱਟ ਆਰਾਮ ਕਰਨ ਲਈ ਥਾਂ ਨਾ ਮਿਲਦੀ, ਇਹ ਕੈਸੇਟ ਰਿਵਾਈਂਡ ਹੋ ਕੇ ਵਾਰ-ਵਾਰ ਚੱਲਦੀ ਲੱਗਦੀ। ਵਾਰ-ਵਾਰ ਚੱਲਦੀ ਹੈ ਕੈਸੇਟ ਰਿਵਾਈਂਡ ਹੋ ਕੇ। ਜ਼ਰੂਰੀ ਤਾਂ ਨਹੀਂ ਕਿ ਮਹਿਲ ਖੜੇ ਕੀਤੇ ਜਾਣ, ਭਾਵੇਂ ਮਰਲਾ ਥਾਂ ਹੋਵੇ, ਬੰਦਾ ਹੇਠਾਂ ਉੱਤੇ ਕਮਰੇ ਛੱਤ ਲਵੇ, ਅੰਦਰ ਭੰਗੜਾ ਨਾ ਪਾ ਸਕੇ, ਘੱਟੋ ਘੱਟ ਕੋਈ ਇੱਕ ਕਮਰਾ ਤਾਂ ਹੋਵੇ ਜਿਸ ਨਾਲ ਆਪਣੇ ਆਪ ਨੂੰ ਜੋੜ ਕੇ ਆਪਣੀ ਹੋਂਦ ਮਹਿਸੂਸ ਕਰ ਸਕੇ। ਉਹ ਜੋ ਵੀ ਬੋਲਦੀ ਸਾਰੇ ਮੋਨੀ ਸਾਧ ਬਣੇ ਸੁਣੀ ਜਾਂਦੇ। ਸੁਣਦੇ ਵੀ ਕਿਉਂ ਨਾ, ਕੁਝ ਝੂਠ ਜਾਂ ਗਲਤ ਕਹਿੰਦੀ ਹੋਵੇ ਤਾਂ ਕੋਈ ਚੂੰਚਾਂ ਕਰੇ ਵੀ, ਪਰ ਉਸਦਾ ਅੰਮ੍ਰਿਤ ਜਿਹਾ ਸੱਚ, ਉਸਦਾ ਅੰਮ੍ਰਿਤ ਜਿਹਾ ਸੱਚ ਮੇਰੇ ਲਈ ਜ਼ਹਿਰ ਦਾ ਘੁੱਟ ਹੋ ਜਾਂਦਾ। ਸੱਚੀ ਸੰਗੋਂ ਲਗਾਉਣਾ ਔਖਾ, ਸੱਚੀ। अपनी छत सुखद एहसास, जिंदगी का हसीन सपना सौंदे जागदे दिखाउण वाली मेरी अर्धांगनी मालती।
ਡੋਲੀਆਂ ਉਤਰੀ, ਅਲਤੇ ਨਾਲ ਸ਼ਿੰਗਾਰੇ ਪੈਸ ਦਲੀਰ ਅੰਦਰ ਪਾਏ। ਡੋਲੀ ਉਤਰੀ, ਅਲਤੇ ਨਾਲ ਸ਼ਿੰਗਾਰੇ ਪੈਸ ਦਲੀਰ ਪੈਰ ਦਹਲੀਜ਼ ਅੰਦਰ ਪਾਏ। ਝਾਂਜਰਾਂ ਦਾ ਚਨਕਾਟਾ ਵੀ ਨਾ ਸੁਣਿਆ ਤੇ ਕੁਆਟਰ ਦਾ ਘੇਰਾ ਪੈਰਾਂ ਹੇਠ ਦਬ ਗਿਆ। ਇੱਕ ਕਮਰਾ, ਰਸੋਈ, ਗੁਸਲਖਾਨਾ, ਪਖਾਨਾ ਤੇ ਟੀਨ ਦੀ ਚਾਦਰ ਲਾ ਕੇ ਕਮਰੇ ਦਾ ਰੂਪ ਦਿੱਤਾ ਹੋਇਆ ਨਿੱਕਾ ਜਿਹਾ ਵਰਾਂਡਾ। ਇਹ ਕੁਆਟਰ ਇੰਨਾ ਛੋਟਾ, ਇਹ ਅਹਿਸਾਸ ਪਹਿਲਾਂ ਕਦੇ ਨਹੀਂ ਸੀ ਹੋਇਆ। ਵਰਾਂਡੇ ਵੱਲ ਖੁੱਲੇ ਕਦੇ ਨਹੀਂ ਸੀ ਹੋਇਆ ਅਹਿਸਾਸ। ਵਰਾਂਡੇ ਵੱਲ ਖੁੱਲਦਾ ਕਮਰੇ ਦਾ ਦਰਵਾਜ਼ਾ ਜੋ ਇਸ ਵੇਲੇ ਬੰਦ ਹੈ। ਇਸ ਦੀਆਂ ਚੀਤਾਂ ਵਿੱਚੋਂ ਕਈ ਕੁਝ ਮੇਰੇ ਆਰ ਪਾਰ ਗੁਜ਼ਰ ਰਿਹਾ ਹੈ। ਵਰਾਂਡੇ ਅੰਦਰ ਚੱਲ ਰਹੇ ਸਾਹਾਂ ਦੀਆਂ ਆਵਾਜ਼ਾਂ ਮੇਰੇ ਕੰਨਾਂ ਅੰਦਰ ਤੂਫਾਨ ਮਚਾ ਰਹੀਆਂ। ਤੂਫਾਨ ਦਿਲ ਜ਼ੋਰ ਨਾਲ ਧੜਕਣ ਲੱਗਿਆ ਹੈ। ਸੁਹਾਗ ਸੇਜ ਤੇ ਨਵੀਂ ਨਵੇਲੀ ਦੁਲਹਨ ਸੁਹਾਗਣ ਬਣਨ ਲਈ ਆਪਣੇ ਆਪ ਵਿੱਚ ਸਿਮਟਦੀ ਜਾ ਰਹੀ ਹੈ ਤੇ ਮੇਰੇ ਪਸੀਨੇ ਛੁੱਟ ਰਹੇ ਨੇ, ਪਸੀਨੇ ਛੁੱਟ ਰਹੇ ਨੇ ਮੇਰੇ। ਕਮਰੇ ਤੇ ਵਰਾਂਡੇ ਅੰਦਰ ਚੱਲ ਰਹੇ ਸਾਹਾਂ ਦਾ ਸ਼ੋਰ ਮੇਰੇ ਦਿਲ ਦਿਮਾਗ ਨੂੰ ਜਕੜਨ ਲੱਗਿਆ ਹੈ। ਹਸੀਨ ਪਲਾਂ ਤੇ ਜ਼ਿਹਨੀ ਨੇ ਪੰਸਕਤਾ ਭਾਰੀ ਪੈਣ ਲੱਗੀ ਹੈ, ਭਾਰੀ ਪੈਣ ਲੱਗੀ ਹੈ। ਨਵੀਂ ਜ਼ਿੰਦਗੀ ਦਾ ਆਗਾਜ਼, ਨਵੀਂ ਜ਼ਿੰਦਗੀ ਦਾ ਆਗਾਜ਼ ਤੇ ਹਿੰਮਤ ਕਰਕੇ ਮੈਂ ਬੈੱਡ ਤੇ ਸਿੱਧਾ ਹੋ ਕੇ ਬੈਠਣ ਲੱਗਿਆ। ਚਰ ਬੈੱਡ ਦੀ ਚੂਲ ਹਿੱਲੀ, ਮੈਂ ਥਾਂ ਪੁੱਤ ਹੋ ਗਿਆ। ਮੈਂ ਵਰਾਂਡੇ ਅੰਦਰੋਂ ਸਾਹ ਦੀ ਆਵਾਜ਼ ਹੋਰ ਉੱਚੀ ਹੋ ਕੇ ਚੂਲ ਦੀ ਚਰ ਤੇ ਹੱਸਣ ਲੱਗੀ। ਪਹਿਲੇ ਸਾਹ ਜੋ ਦਰਜ਼ਾ 4 ਕੁਆਟਰ ਸੁੱਖ ਦੁੱਖ ਦਾ ਸਾਥੀ ਰਿਹਾ ਸੀ, ਅੱਜ ਅਰਮਾਨਾਂ ਤੇ ਹਾਵੀ ਹੋਇਆ ਸੁਰਗਾਂ 'ਚ ਬੈਠੇ ਬਾਪੂ ਨੂੰ ਮਿਹਣੀ ਹੋਣ ਲੱਗਿਆ। ਪਿਤਾ ਜੀ, ਅਸੀਂ ਤੁਹਾਡਾ ਕੀ ਵਿਗਾੜਿਆ ਸੀ ਜੋ ਪਿਤਾ ਜੀ, ਕੀ ਵਿਗਾੜਿਆ ਸੀ ਅਸੀਂ ਤੁਹਾਡਾ ਜੋ ਕੀ ਵਿਗਾੜਿਆ ਸੀ ਪਿਤਾ ਜੀ। पिताजी गेटमैन, रेलवे दर्जा 4 मुलाजम दिन रात फाटक बंद करन खोलन च लगे रहिंदे जां फिर बाहूआं दे घरेलू हुक्म वचाउण च गर्दन झुका के हत्थ जोड़ी रखते। मां घरेलू औरत वेले वेले लिफाफे बनाउंदी,
ਤੰਗੀਆਂ ਤੁਰਸ਼ੀਆਂ ਨਾਲ 2-4 ਹੁੰਦੇ ਮਾਂ ਤੇ ਪਿਤਾ ਜੀ ਸਾਨੂੰ 4 ਭੈਣ ਭਰਾਵਾਂ ਨੂੰ ਸੁਨਹਿਰੀ ਭਵਿੱਖ ਦੇਣ ਦੇ ख्वाब ਸਜਾਉਂਦੇ ਨਿੱਤ ਨਵੀਂ ਸਵੇਰ ਉਡੀਕਦੇ। 4 ਭੈਣ ਭਰਾਵਾਂ 'ਚ ਮੈਂ ਵੱਡਾ ਤੇ ਮੈਥੋਂ ਨਿੱਕੀਆਂ 3 ਭੈਣਾਂ। ਇਸ ਤੋਂ ਪਹਿਲਾਂ ਕਿ ਸੁਣੇ ਬੋਲ ਅਰਥ ਬਣਨ ਦੀ ਸੋਝੀ ਆਉਂਦੀ, ਮੇਰੇ ਨਿੱਕੇ ਨਿੱਕੇ ਕੰਨ ਮਾਂ ਦੀ ਇੱਕੋ ਗੱਲ ਸੁਣਨ ਦੇ ਆਦੀ ਹੋ ਗਏ। ਉਹ ਵੀ ਕੋਈ ਬੰਦਾ ਹੋਇਆ ਜਿਹੜਾ ਸਾਰੀ ਉਮਰ ਸਿਰ ਦੀ ਛੱਤ ਵੀ ਨਾ ਛੱਤ ਸਕੇ, ਸਾਰੀ ਉਮਰ ਸਿਰ ਦੀ ਛੱਤ ਵੀ ਨਾ ਛੱਤ ਸਕੇ। ਬੰਦਾ ਹੋਇਆ ਉਹ ਕੋਈ। ਮਾਂ ਹੱਥ ਧੋ ਕੇ ਪਿਤਾ ਜੀ ਦੇ ਪਿੱਛੇ ਪਈ ਰਹਿੰਦੀ। ਆਪਣਾ ਘਰ, ਆਪਣਾ ਘਰ ਜ਼ਿੱਦ ਪਕਾਉਣ ਲਈ ਤਿਲ ਤਿਲ ਬਚਾਉਂਦੀ, ਪਰ ਤਿਲਾਂ ਚੋਂ ਇੰਨਾ ਤੇਲ ਨਾ ਨਿਕਲਦਾ ਕਿ ਸੁਪਨਿਆਂ ਦੀ ਦਹਲੀਜ਼ ਤੇ ਚੋਇਆ ਜਾ ਸਕਦਾ। ਪਿਤਾ ਜੀ ਦੀ ਜ਼ੁਬਾਨ ਵੀ ਇਹੋ ਦੁਹਰਾਉਂਦੀ। ਬਾਲਾਂ ਦੇ ਜਵਾਨ ਹੋਣ ਤੋਂ ਪਹਿਲਾਂ ਛੱਤ ਵੀ ਨਾ ਪਵੇ, ਪਰ ਕਿਸੇ ਤਰ੍ਹਾਂ ਔਖੇ ਸੌਖੇ ਜ਼ਮੀਨ ਦਾ ਟੋਟਾ ਜੁੜ ਜੇ। ਫਿਰ ਇੱਟ ਨਾਲ ਇੱਟ ਜੁੜਦੇ ਆਪੇ ਕਦੀ ਨਾ ਕਦੀ ਛੱਤ ਵੀ ਪੈ ਜਾਏਗੀ, ਕਦੇ ਨਾ ਕਦੇ ਪੈ ਜਾਏਗੀ ਛੱਤ ਆਪੇ। ਪੂਰਾ ਮਹੀਨਾ ਅਗਲੀ ਤਨਖਾਹ ਚੋਂ ਅੱਧੀ ਨਹੀਂ ਤਾਂ ਚੌਥਾ ਹਿੱਸਾ ਬੱਚਤ ਦੀ ਪੱਕੀ ਗੰਢ ਪਾ ਕੇ ਬਚਾ ਕੇ ਖਰਚ ਕੀਤਾ ਜਾਂਦਾ। ਕੁੱਟੇ ਹੱਥ 'ਚੋਂ ਰੇਤ ਤਿਲਕ ਜਾਂਦੀ ਤੇ ਲਿਫਾਫਾ ਖੁੱਲ੍ਹਣ ਤੋਂ ਪਹਿਲਾਂ ਹੀ ਤਨਖਾਹ ਨੂੰ ਲੋੜਾਂ ਨਿਕਲ ਚੁੱਕੀਆਂ ਹੁੰਦੀਆਂ। ਇਸ ਉਧੇੜ ਬੁਣ 'ਚ ਉਧੇੜ ਦਾ ਪੱਲੜਾ ਇੰਨਾ ਭਾਰੀ ਪੈ ਗਿਆ ਕਿ ਇੱਕ ਦਿਨ ਪੂਰਾ ਤਾਣਾ ਹੀ ਉਤੜ ਗਿਆ। ਸਿਗਨਲ ਡਾਊਨ ਹੋਏ ਪਏ ਸਨ। ਆਊਟਰ ਤੋਂ ਗੱਡੀ ਸਟੇਸ਼ਨ ਵੱਲ ਕੂਕਾਂ ਮਾਰਦੀ ਆ ਰਹੀ ਸੀ। ਕੂਕਾਂ ਮਾਰਦੀ ਆ ਰਹੀ ਸੀ ਆਊਟਰ ਤੋਂ ਗੱਡੀ ਸਟੇਸ਼ਨ ਵੱਲ। ਕੂਕਾਂ ਮਾਰਦੀ ਆ ਰਹੀ ਸੀ ਗੱਡੀ ਸਟੇਸ਼ਨ ਵੱਲ। ਬੰਦ ਰੇਲਵੇ ਫਾਟਕ ਕੋਲ ਖੜੀ ਇੱਕ ਔਰਤ ਦਾ ਹੱਥ ਛੁਡਾ ਕੇ ਨਿੱਕਾ ਜਿਹਾ ਬਾਲ ਅਚਾਨਕ ਭੱਜ ਕੇ ਰੇਲਵੇ ਕ੍ਰਾਸਿੰਗ ਵਿਚਾਲੇ ਆ ਪਹੁੰਚਿਆ। ਕੁਰਲਾਹਟ ਸੁਣ ਕੇ ਪਿਤਾ ਜੀ ਭੱਜ ਪਏ। ਸਿਰ ਤੇ ਆ ਪਹੁੰਚੀ ਗੱਡੀ ਦਾ ਵੀ ਖਿਆਲ ਨਾ ਕੀਤਾ ਤੇ ਬਾਲ ਨੂੰ ਬਾਹੋਂ ਫੜ ਕੇ ਫਾਟਕੋਂ ਪਾਰ ਤੱਕ ਦਿੱਤਾ। ਆਪ ਭੱਜ ਕੇ ਅੱਗੇ ਹੋਣ ਲੱਗੇ, ਅਚਾਨਕ ਪੈਰ ਥੁੜਕ ਗਿਆ ਤੇ ਸਿਰ ਪਰਨੇ ਪਿੱਠ ਪਾ ਡਿੱਗ ਪਏ। ਗੱਡੀ ਕੂਕਾਂ ਮਾਰਦੀ ਲੰਘੀ। ਪਿੱਛੇ ਰਹਿ ਗਿਆ ਰੇਲਵੇ ਕ੍ਰਾਸਿੰਗ ਵਿਚਾਲੇ ਪਿਤਾ ਜੀ ਦੇ ਸਿਰ ਦਾ ਮੜੀਤਾ। ਫਾਟਕ ਖੁੱਲ ਗਿਆ, ਆਵਾਜਾਈ ਚੱਲ ਪਈ, ਪਰ ਸਾਡੀ ਜ਼ਿੰਦਗੀ ਰੁਕ ਗਈ। ਸਾਡੀ ਜ਼ਿੰਦਗੀ ਰੁਕ ਗਈ। ਮੈਂ BA ਦੇ ਪਹਿਲੇ ਸਾਲ ਵਿੱਚ ਸਾਂ। ਮੇਰੇ ਤੋਂ ਛੋਟੀ ਭੈਣ 10ਵੀਂ, ਉਸ ਤੋਂ ਛੋਟੀ 9ਵੀਂ ਤੇ ਸਭ ਤੋਂ ਛੋਟੀ 7ਵੀਂ 'ਚ। ਪਿਤਾ ਜੀ ਦੀ ਮੌਤ ਨੌਕਰੀ ਦੌਰਾਨ ਹੋਈ ਸੀ। ਤਰਸ ਦੇ ਆਧਾਰ 'ਤੇ ਮੈਨੂੰ ਨੌਕਰੀ ਮਿਲਣਾ ਤੈਅ ਸੀ। ਪੜ੍ਹਾਈ 'ਚੋਂ ਮੈਂ ਹਮੇਸ਼ਾ ਮੂਹਰੇ ਰਹਿੰਦਾ। ਗਰੀਬ ਮਾਪੇ ਪੁੱਤਰ 'ਚੋਂ ਅਫਸਰੀ ਦੀ ਝਾਕ ਰੱਖਦੇ, ਆਪਾ ਵੇਚਣ ਦੀਆਂ ਤਕਰੀਰਾਂ ਕਰਦੇ।
ਮੇਰੀ ਪਹਿਲੇ ਦਰਜੇ 'ਚ ਪਾਸ ਕੀਤੀ ਹੁਣ ਤੱਕ ਦੀ ਪੜ੍ਹਾਈ ਮੇਰੇ ਸੁਪਨਿਆਂ ਦਾ ਰੱਥ ਅੱਗੇ ਨਾ ਦੌੜਾ ਸਕੀ। ਵੱਡੇ ਸੁਪਨਿਆਂ ਦੀਆਂ ਜ਼ਿੰਮੇਵਾਰੀਆਂ ਦੇ ਬੋਝ ਹੇਠ ਸਾਹ ਘੁੱਟ ਕੇ, ਵੱਡੇ ਸੁਪਨੇ ਜ਼ਿੰਮੇਵਾਰੀਆਂ ਦੇ ਬੋਝ ਹੇਠ ਸਾਹ ਘੁੱਟ ਕੇ NRMU ਪ੍ਰਧਾਨ ਨੇ ਸਿਰਾ ਚੁੱਕਿਆ ਤੇ ਤਰਸ ਦੇ ਆਧਾਰ ਤੇ ਮੈਂ ਗੁਡਸ ਕਲਰਕ ਲੱਗ ਗਿਆ। ਮਾਂ ਦੀ ਪੈਨਸ਼ਨ ਆਉਣ ਲੱਗੀ ਤੇ ਪਿਓ ਦੀ ਨੌਕਰੀ ਮੈਨੂੰ ਮਿਲੀ ਤੇ ਕੁਆਟਰ ਵੀ ਮੇਰੇ ਨਾਂ ਤੇ ਸਾਡੇ ਬੇਘਰਿਆਂ ਦੀ ਸਿਰ ਦੀ ਛੱਤ ਬਣ ਗਿਆ। ਜ਼ਿੰਦਗੀ ਤੁਰ ਪਈ। ਭੈਣਾਂ ਦੀ ਪੜ੍ਹਾਈ, ਮਾਂ ਦਾ ਦਵਾ ਦਾਰੂ, ਨਿੱਕੀ ਉਮਰੇ ਵੱਡੀਆਂ ਜ਼ਿੰਮੇਵਾਰੀਆਂ, ਜਵਾਨੀ ਬਰਾੜ ਹੋ ਗਈ। ਜ਼ਿੰਦਗੀ ਕਿੱਥੇ ਸੀ? ਜ਼ਿੰਦਗੀ 3 ਸਾਲ ਰੇਤ ਵਾਂਗ ਹੱਥੋਂ ਗਿਰ ਗਏ। 3 ਸਾਲ ਰੇਤ ਵਾਂਗ ਹੱਥੋਂ ਗਿਰ ਗਏ। ਮੈਨੂੰ ਪੜ੍ਹਾਈ ਦਾ ਕੀੜਾ ਲੜਦਾ। ਮੇਰੇ ਸੁਪਨੇ ਨੀਂਦ ਤੇ ਪੈਰਾ ਲਾਉਂਦੇ। ਮੈਨੂੰ ਕਚੀਚੀਆਂ ਆਉਂਦੀਆਂ, ਕਚੀਚੀਆਂ ਪੈਂਦੀਆਂ। ਪਰ ਭੈਣਾਂ ਦੇ ਚੰਗੇ ਨਤੀਜੇ ਚਿਹਰੇ ਦੀ ਨੁਹਾਰ ਬਦਲ ਦਿੰਦੇ। ਮੇਰੇ ਨਾਲੋਂ ਨਿੱਕੀ ITI ਤੇ ਸਿਲਾਈ ਕਢਾਈ ਦਾ ਡਿਪਲੋਮਾ ਕਰਨ ਲੱਗੀ। ਮੈਂ ਛੇਤੀ ਇੱਕ ਭੈਣ ਨੂੰ ਵਿਆਹ ਕੇ ਭਾਰ ਹੌਲਾ ਕਰਨ ਲਈ ਦਿਨ ਰਾਤ ਵਿਉਂਤਾਂ ਘੜਨ ਲੱਗਿਆ। ਉਸ ਨਾਲੋਂ ਛੋਟੀਆਂ ਵੀ ਸਿਰ ਨਾਲੋਂ ਉੱਚੀਆਂ ਹੋ ਕੇ ਟੋਬੂ ਪਾਉਣ ਲੱਗੀਆਂ ਕਿ ਵਿਆਹ ਵਿੱਚ ਬੀ ਦਾ ਰੌਲਾ। ਮੈਂ ਵੀ ਕਦੀ ਸਿਹਰਾ ਬੰਨਾਂਗਾ, ਚੇਤੇ ਵੀ ਨਹੀਂ ਸੀ। ਮੈਂ ਤਾਂ ਜਿੰਨੀ ਛੇਤੀ ਹੋ ਸਕੇ ਭੈਣਾਂ ਨੂੰ ਹੰਨੇ ਬੰਨੇ ਲਾਉਣ ਦੀਆਂ ਸਕੀਮਾਂ 'ਚ ਉਲਝਿਆ। ਵਿਭਾਗੀ ਚੇਤਾਵਨੀਆਂ ਦੇ ਜਵਾਬ ਦਿੰਦਾ, ਡਰ ਤੋਂ ਆਦਤ ਤੱਕ ਦਾ ਪੈਂਡਾ ਤੈਅ ਕਰ ਚੁੱਕਿਆ। ਬਾਊ ਜੀ ਵਿਆਹ ਕਰਾ ਲਓ, ਹੋਰ ਕੁਝ ਨਹੀਂ ਤਾਂ ਪੈਂਟ ਦੀ ਜ਼ਿੱਪ ਤਾਂ ਬੰਦ ਕਰਨ ਦਾ ਖਿਆਲ ਰਿਹਾ ਕਰੂ। ਜੀ ਕਰਾ ਲਓ ਵਿਆਹ। ਵਾਟਰਮੈਨ ਦਾਰੀ ਚਾਹ ਦੇਣ ਆਇਆ ਹੱਸੀ ਜਾਵੇ। ਵਧੀ ਦਾੜੀ, ਖਿਲਰੇ ਵਾਲ। ਮੈਂ ਮੂੰਹ ਸਿਰ ਤੇ ਹੱਥ ਫੇਰੀ ਜਾਵਾਂ ਤੇ ਉਹ ਪੈਂਟ ਦੀ ਜ਼ਿੱਪ ਵੱਲ ਇਸ਼ਾਰਾ ਕਰਦਾ ਦੂਰੋਂ ਚੌਰਾ ਹੋਈ ਜਾਵੇ। ਉਸਦੀ ਹਰਕਤ ਦਾ ਨੋਟਿਸ ਲੈਂਦਾ ਮੈਂ ਹੱਥ ਸਿੱਧਾ ਪੈਂਟ ਦੀ ਜ਼ਿੱਪ ਤੇ ਦੇਖਿਆ ਕਿ ਮੇਰਾ ਰੰਗ ਉੱਡ ਗਿਆ। ਪੂਰਾ ਲੈਟਰ ਬਾਕਸ ਖੁੱਲਾ, ਢੇੜ ਕੱਚਾ ਵੀ ਨਾ। ਜ਼ਿੱਪ ਬੰਦ ਕਰਾਂ, ਫ੍ਰੀ ਹੋਈ ਹੇਠਾਂ ਉੱਤੇ ਹੋਈ ਜਾਵੇ। ਕਿੰਨੇ ਪਾਰਸਲ ਦਰਸ਼ਨ ਕਰ ਗਏ। ਸੋਚ ਕੇ ਮੇਰਾ ਵੀ ਹਾਸਾ ਛੁੱਟ ਗਿਆ। ਹਾਸੇ ਤੋਂ ਥੋੜਾ ਸਾਹ ਆਇਆ ਤਾਂ ਦਾਰੀ ਨੇ ਮੈਨੂੰ ਵਿਆਹ ਕਰਵਾ ਲੈਣ ਦੀ ਸਲਾਹ ਦੇਣ ਦੇ ਨਾਲ ਹੀ 10ਵੀਂ ਪਾਸ ਆਪਣੀ ਚਚੇਰੀ ਭੈਣ ਮਾਲਤੀ ਦੀ ਦੱਸ ਪਾ ਦਿੱਤੀ। ਮੈਂ ਗੱਲ ਆਈ ਗਈ ਕਰ ਦਿੱਤੀ। 4 ਦਿਨ ਨਹੀਂ ਪਏ ਮੈਂ ਡਿਊਟੀ ਕਰਕੇ ਕੁਆਟਰ ਪਰਤਿਆ ਤੇ ਅੱਗੋਂ ਦਾਰੀ ਦੇ ਮਾਪਿਓ ਮੇਰੀ ਮਾਂ ਕੋਲ ਸ਼ਗਨ ਲੈ ਕੇ ਪਹੁੰਚੇ ਹੋਏ। ਭੈਣ ਜੀ, ਬਿਨਾਂ ਮਾਪਿਓ ਦੀ ਧੀ ਨੂੰ ਮੈਂ ਤਾਂ ਦਾਰੀ ਨਾਲ ਆਪਦੀ ਛਾਤੀ ਦਾ ਦੁੱਧ ਚੁੰਘਾ ਕੇ ਪਾਲਿਆ। ਕੁੱਖੋਂ ਨਹੀਂ ਜੰਮੀ ਤੇ ਫੇਰ ਕੀ ਹੋਇਆ? ਦੁੱਧ ਧਿਆਨ ਦਿੱਤਾ ਹੈ। ਮੇਰੀ ਧੀ ਵਰਗੀ ਧੀ ਨਹੀਂ ਮਿਲਣੀ ਤੁਹਾਨੂੰ ਆਪਣੇ ਪੁੱਤਰ ਲਈ। ਦਾਰੀ ਦੀ ਮਾਂ ਦੀ ਗੱਲਬਾਤ ਤੋਂ ਸਪਸ਼ਟ ਹੋਇਆ ਕਿ
ਮਾਲਤੀ ਦੀ ਮਾਂ ਸ਼ਿਲੇ 'ਚ ਚੱਲ ਵਸੀ ਤੇ ਪਿਓ ਬਿਨਾਂ ਦੱਸੇ ਕਿਹੜੇ ਦੇਸ਼ ਦਾ ਵਾਸੀ ਹੋ ਗਿਆ ਰੱਬ ਜਾਣੇ। ਮਾਲਤੀ ਨੂੰ ਚਾਚੇ ਚਾਚੀ ਨੇ ਧੀ ਵਾਂਗ ਪਾਲਿਆ ਪੋਸਿਆ ਤੇ ਪੜ੍ਹਾਇਆ ਲਿਖਾਇਆ। ਲਗਰ ਵਾਂਗ ਵਾਧੀਆਂ ਪੈਣਾ, ਦਵਾਈਆਂ ਖਾਦੀ ਮਾਂ। ਅਜਿਹੇ ਵਿੱਚ ਸ਼ਹਿਨਾਈ ਸ਼ੋਰ ਬਣ ਕੇ ਸਰਦੀਆਂ ਨਾੜਾਂ ਨੂੰ ਚੜ੍ਹੇ। ਪਰ ਮਾਲਤੀ ਨਾਲ ਬਣੇ ਸੰਜੋਗ ਨਾ ਟੜੇ। ਵਿਆਹ ਦੀ ਪਹਿਲੀ ਰਾਤ ਰਿਸ਼ਤੇਦਾਰਾਂ ਦੇ ਰੌਲੇ ਗੋਲੇ ਚ ਲੰਘ ਗਈ। ਮਾਲਤੀ ਨੂੰ ਜੀ ਭਰ ਕੇ ਵੇਖਣ ਨੂੰ ਜੀ ਕਰੇ, ਪਰ ਸੁਹਾਗ ਰਾਤ ਵੀ ਹੁੰਦੀ ਹੈ ਉੱਕਾ ਖਿਆਲ ਨਾਲ। ਅਗਲੇ ਦਿਨ ਰਿਸ਼ਤੇਦਾਰ ਚਲੇ ਗਏ। ਹੁਣ ਕੁਆਟਰ ਸੀ, ਮਾਂ ਭੈਣਾਂ ਮੈਂ ਤੇ ਹਨੇਰ ਕੋਠੜੀ 'ਚ ਦੀਵੇ ਦੀ ਲੋ ਬਣ ਕੇ ਆਈ ਮਾਲਤੀ। ਵਿਆਹ ਦੀ ਦੂਜੀ ਪਰ ਮਿਲਣ ਦੀ ਪਹਿਲੀ ਰਾਤ ਅਜੀਬ ਜੀ ਕਸ਼ਮਕਸ਼। ਗੱਲ ਕਰਦਿਆਂ ਝਾਕਾ ਆਏ। ਕਮਰੇ ਦੇ ਦਰਵਾਜ਼ੇ ਨਾਲ ਵਰਾਂਡੇ 'ਚ ਸੁੱਤੀਆਂ ਮਾਂ ਤੇ ਭੈਣਾਂ। ਸ਼ਰਮ ਵੱਡ ਖਾਵੇ। ਗੱਲ ਕਰਨ ਲਈ ਧੁੰਨੀ ਵਿੱਚੋਂ ਆਵਾਜ਼ ਕੱਢਾਂ, ਪਰ ਬੁੱਲਾਂ ਤੱਕ ਆਉਂਦਿਆਂ ਠੁੱਸ। ਮੈਂ ਮਾਲਤੀ ਦੀ ਉਲਝਣ 'ਚ ਉਲਝਿਆ ਹੋਇਆ ਸੀ ਕਿ ਅਚਾਨਕ ਉਹ ਬੈੱਡ ਤੋਂ ਉਛਲੀ, ਸਿਰ ਤੋਂ ਚੁੰਨੀ ਲਾਹ ਕੇ ਪਰਾਂ ਵਗਾ ਮਾਰੀ ਤੇ ਚੌਂਕੜਾ ਮਾਰ ਕੇ ਮੇਰੀਆਂ ਅੱਖਾਂ ਚੱਖਾਂ ਕੱਢ ਦਿੱਤੀਆਂ। ਮੈਂ ਟੌਰ ਪੌਰ ਤਰੇਲੀ ਤੇ ਮਾਲਤੀ ਹੱਸਦੀ ਲੋਟ-ਪੋਟ ਹੋਈ ਜਾਏ। ਮੇਰਾ ਹੱਥ ਸਿੱਧਾ ਜ਼ਿਪ ਤੇ ਪੈਂਟ ਦੀ ਥਾਂ ਪਜਾਮਾ, ਨੇਫਾ ਟਟੋਲਿਆ, ਲੱਕ ਤੋਂ ਨਾਲਾ ਕੱਸਿਆ ਹੋਇਆ। ਫਿਰ ਕੀ ਹੋਇਆ ਹੋਵੇ? ਉਲਝਣ 'ਚ ਪਾਣੀ ਵਾਲਾ ਜੱਗ ਚੁੱਕਿਆ, ਆਪਣੇ ਮੂੰਹ ਤੇ ਚਿੱਟੇ ਮਾਰੇ ਤੇ ਬਚਿਆ ਪਾਣੀ ਮਾਲਤੀ ਦੇ ਸਿਰ 'ਚ। ਦੋਹਾਂ ਦੇ ਹਾਸੇ ਇੱਕਮਿਕ। ਵਰਾਂਡੇ 'ਚੋਂ ਮਾਂ ਦਾ ਖੰਗੂਰਾ ਰੁਕਣ 'ਚ ਨਾ ਆਵੇ ਤੇ ਇੱਧਰ ਧੜਕਣਾ ਬੇਕਾਬੂ। ਅਗਲੀ ਸਵੇਰ ਨਾਤੀ ਧੋਤੀ ਤਰੋ ਤਾਜ਼ਾ ਮਾਲਤੀ ਕੁਆਟਰ ਦੇ ਕੋਨੇ 'ਚ ਮਹਿਕਦੀ ਫਿਰੇ। ਜ਼ਿੰਦਗੀ ਖੂਬਸੂਰਤ ਹੈ ਯਾਰ। ਮੈਨੂੰ ਆਪਣਾ ਸੋਹਣਾ ਲੱਗੇ। ਐਵੇਂ ਅੰਦਰੋਂ ਧੁਣੀਆਂ ਜਿਹੀਆਂ ਛਿੜੀ ਜਾਣ ਅੰਦਰੋਂ। ਰੋਮ ਝਾਂਜਰ ਹੁਜਨ ਕਾਟੇ ਪਾਵੇ। ਡਿਊਟੀ ਤੋਂ ਘਰ ਪਰਤਿਆ, ਮਾਲਤੀ ਨੂੰ ਵੇਖਣ ਦੀ ਕਾਹਲ ਤੇ ਸਿੱਧਾ ਬੈਡਰੂਮ 'ਚ ਜਾ ਵੜਿਆ। ਬੈੱਡ ਦੀ ਢੋਹ ਤੇ ਬੀਏ ਦੀਆਂ ਅਧਵਾਟੇ ਛੁੱਟੀਆਂ ਮੇਰੀਆਂ ਕਿਤਾਬਾਂ। ਮੈਂ ਹੈਰਾਨ ਤੇ ਮਾਲਤੀ ਖੁਸ਼। ਛੁੱਟਿਆ ਪਿੱਛਾ ਕਿੱਥੇ ਫੜਿਆ ਜਾਂਦਾ ਮਾਲਤੀ। ਭੈਣਾਂ ਨੂੰ ਹੰਨੇ ਬੰਨੇ ਲਾਉਂਦਾ ਆਪਣਾ ਵਿਆਹ ਕਰਵਾ ਕੇ ਬਹਿ ਗਿਆ। ਮੈਨੂੰ ਤਾਂ ਰਸੋਈ ਦਾ ਹਿਸਾਬ ਲਾਉਣਾ ਔਖਾ ਲੱਗਦਾ ਮਾਲਤੀ। ਮੁਈਆਂ ਸੱਧਰਾਂ ਨਾਲ
ਮੂੰਹ ਨਹੀਂ ਪਾਲੀਦਾ। ਮੂੰਹਾਂ ਸਤਰਾਂ ਨਾਲ ਮੂੰਹ ਨਹੀਂ ਪਾਲੀਦਾ। ਇਹ ਆਖ ਕੇ ਮੈਂ ਚੁੱਪ ਹੋ ਗਿਆ। ਕੁਝ ਪਿੱਛੇ ਨਹੀਂ ਛੁੱਟਿਆ ਜੀ, ਨਾ ਹੀ ਕੁਝ ਮੋਇਆ। ਆਪਾਂ ਮਿਲ ਕੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਵਾਂਗੇ। ਤੁਹਾਡੀਆਂ ਭੈਣਾਂ ਮੇਰੀਆਂ ਵੀ ਤਾਂ ਕੁਝ ਨੇ। ਤੁਸੀਂ BA ਮੁਕੰਮਲ ਕਰੋ। ਸੁਪਨਾ ਟੁੱਟੇ ਤਾਂ ਜੁੜ ਵੀ ਸਕਦਾ ਹੈ, ਬਸ ਮਰੇ ਨਾ। ਉਸਦੀਆਂ ਚਮਕਦੀਆਂ ਅੱਖਾਂ, ਉੱਠੀ ਹੋਈ ਗਰਦਨ ਤੇ ਫਿਲਾਸਫੀ ਭਰੀ ਤਕਰੀਰ ਮੂਹਰੇ ਉਸਦੇ ਹੱਥ ਹੇਠ ਦੱਬਿਆ ਮੇਰਾ ਹੱਥ ਢਿੱਲਾ ਪੈ ਗਿਆ ਤੇ ਜ਼ੁਬਾਨ ਠਾਕੀ ਗਈ। ਵਿਆਹ ਤੋਂ ਬਾਅਦ ਪਹਿਲੀ ਤਨਖਾਹ ਦੀ ਉਡੀਕ ਮੇਰੇ ਨਾਲੋਂ ਜ਼ਿਆਦਾ ਮਾਲਤੀ ਨੂੰ। ਆਖੇ ਜੀ ਮੈਂ ਕਮੇਟੀ ਪਾਈ ਆ, 500 ਰੁਪਏ ਦੇ ਦਿਓ, ਕਿਸ਼ਤ ਭਰਨੀ ਹੈ। ਦੇ ਦੇਣਾ 500 ਰੁਪਏ, ਤਿਨਕਾ ਤਿਨਕਾ ਕਰਕੇ ਜੋੜਾਂਗੀ, ਤਾਂ ਜਾ ਕੇ ਆਪਣੇ ਘਰ ਦਾ ਸੁਪਨਾ ਪੂਰਾ ਹੋਣਾ ਹੈ। ਮੇਰੇ ਪੈਰਾਂ ਹੇਠੋਂ ਜ਼ਮੀਨ ਹਿੱਲ ਗਈ। ਆਪਣਾ ਘਰ? ਮੈਂ ਤਾਂ ਕਦੇ ਸੋਚਿਆ ਹੀ ਨਹੀਂ। ਮਾਂ ਦੀ ਦਵਾਈ, ਭੈਣਾਂ ਦੀਆਂ ਫੀਸਾਂ ਭਰ ਕੇ ਇੱਥੇ ਤਾਂ ਰਸੋਈ ਚਲਾਉਣੀ ਔਖੀ ਆ। ਮੈਂ ਕਦੇ ਖਾਲੀ ਜੇਬ ਤੇ ਹੱਥ ਫੇਰਾਂ ਤੇ ਕਦੇ ਮੂੰਹ ਤੇ ਆਈ ਤਰੇੜੀ ਤੇ। ਮਾਲਤੀ, ਰੋਟੀ ਕੱਪੜਾ ਮਿਲਦਾ ਉਹ ਬੜੀ ਵੱਡੀ ਗੱਲ ਆ। ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਸੁਪਨਿਆਂ ਦੀ ਦੌੜ ਪੂਰੀ ਨਹੀਂ ਕਰ ਸਕਦਾ ਮਾਲਤੀ। ਮੈਂ ਚੁੱਪ ਕਰ ਗਿਆ। ਬੋਲੀ ਮਾਲਤੀ ਵੀ ਨਾ। ਕਈ ਦਿਨਾਂ ਤੋਂ ਮਾਲਤੀ ਆਪਣੀ ਵੱਡੀ ਨਨਾਣ ਨਾਲ ਬੈਠੀ ਕਦੀ ਕੋਈ ਕੱਪੜਾ ਕੱਟ ਰਹੀ ਹੁੰਦੀ ਤੇ ਕਦੇ ਕੋਈ ਤੋਪਾ ਭਰ ਰਹੀ ਹੁੰਦੀ। ਇੱਕ ਦਿਨ ਡਿਊਟੀ ਤੋਂ ਘਰ ਪਰਤਿਆ ਤੇ ਦਹਲੀਜ਼ ਤੇ ਖੜੀ ਮੈਨੂੰ ਵੇਖ ਕੇ ਚਹਿਕੀ ਤੇ ਅੰਦਰ ਨੂੰ ਭੱਜ ਗਈ। ਜਿਵੇਂ ਹੀ ਮੈਂ ਅੰਦਰ ਵੜਿਆ, ਨਵਾਂ ਸਿਉਂਤਾ ਕਢਾਈ ਕੀਤਾ ਕੁੜਤਾ ਮੇਰੇ ਅੱਗੇ ਕਰਕੇ ਬਾਲਾਂ ਵਾਂਗ ਉਛਲੀ ਜਾਵੇ। ਮੈਂ ਸਿਉਂਤਾ ਜੀ ਭੈਣ ਜੀ ਕੋਲ ਸਿੱਖਿਆ ਵੱਲ ਆ ਵੇਖੋ। ਅਗਲੇ ਦਿਨ ਵਰਾਂਡੇ ਵਿੱਚ ਇੱਕ ਕੋਨਾ ਖਾਲੀ ਕਰਕੇ ਮਾਲਤੀ ਨੇ ਮਸ਼ੀਨ ਦੀ ਅਜਿਹੀ ਹੱਥੀ ਚਲਾਈ ਕਿ ਨਨਾਣ ਭਰਜਾਈ ਨੇ ਕੁਆਟਰ 'ਚ ਵੀ ਬੁਟੀਕ ਚਲਾ ਲਿਆ। ਮੇਰੇ ਕੋਲੋਂ ਮਾਲਤੀ ਨੇ ਕਦੇ ਇੱਕ ਪੈਸਾ ਨਾ ਮੰਗਿਆ, ਪਰ ਉਹ ਆਪਣੀ ਕਮਾਈ ਵੀ ਨਾ ਦਿੰਦੀ। ਆਖੇ ਜੇ ਮੈਂ ਕੰਮ ਨਾ ਕਰਦੀ ਤਾਂ ਵੀ ਤੇ ਤੁਸੀਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਾ। ਕਦੀ ਵਰਾਂਡੇ ਵਿੱਚ ਕਮੇਟੀ ਦੀ ਬੋਲੀ ਲੱਗ ਰਹੀ ਹੁੰਦੀ ਤਾਂ ਕਦੀ ਸਿਲਾਈ ਕਢਾਈ ਸਿੱਖਣ ਵਾਲੀਆਂ ਕੁੜੀਆਂ ਨੂੰ ਕਾਤਰਾਂ ਜੋੜ ਕੇ ਕੁਸ਼ਨ ਚਾਦਰਾਂ ਬਣਾਉਣ ਦੇ ਗੁਰ ਦੱਸੇ ਜਾ ਰਹੇ ਹੁੰਦੇ। ਮੈਂ ਪੁੱਛ ਬੈਠਿਆ, ਉਹ ਯਾਰ ਇਹ ਕਮੇਟੀ ਕੀ ਹੁੰਦੀ ਆ? 500 ਰੁਪਏ ਦਾ ਕੀ ਚੱਕਰ ਆ? ਮੇਰੇ ਸਵਾਲ ਤੇ ਉਹ ਹੱਸੀ ਤੇ ਦੱਸਣ ਲੱਗੀ, ਦੱਸੋ ਕੁਝ ਨਹੀਂ ਹੁੰਦਾ, ਕੋਈ ਚੱਕਰ ਨਹੀਂ ਹੈ। ਅਸੀਂ ਰੇਲਵੇ ਕੁਆਟਰ ਵਾਲੀਆਂ ਤੇ ਮੇਰੀਆਂ ਕੁਝ ਕਸਟਮਰਸ ਜੋ ਕੱਪੜੇ ਸਵਾਉਣ ਆਉਂਦੀਆਂ ਮਿਲ ਕੇ ਕਮੇਟੀ ਦਾ ਕੰਮ ਸ਼ੁਰੂ ਕੀਤਾ। ਕੁੱਲ 15 ਮੈਂਬਰ ਹਾਂ ਅਸੀਂ ਤੇ ਹਰ ਮੈਂਬਰ 500 ਰੁਪਏ ਕਮੇਟੀ ਦਿੰਦਾ। ਇਸ ਤਰ੍ਹਾਂ 15 ਜਣਿਆਂ ਦਾ ਜੁੜਿਆ ਪੈਸਾ ਕਿੰਨਾ ਹੋਇਆ ਭਲਾ? ਹਾਂ, 7500 ਰੁਪਏ ਬਣ ਗਏ ਨਾ। ਜ਼ਰੂਰੀ ਨਹੀਂ ਕਿ ਕਿਸ਼ਤ 500 ਰੁਪਏ ਮਹੀਨੇ ਹੀ ਰੱਖੀ ਜਾਵੇ। ਜਿੰਨੀ ਕਿਸ਼ਤ ਸਾਰੇ ਆਸਾਨੀ ਨਾਲ ਆਪਣੀ ਬੱਚਤ ਵਿੱਚੋਂ ਕੱਢ ਸਕਣ, ਮੈਂਬਰਾਂ ਦੀ ਸਲਾਹ ਨਾਲ 19 ਕਿਸ਼ਤ ਦੀ ਮਾਸਿਕ ਕਮੇਟੀ ਪਾ ਲਈ ਜਾਂਦੀ ਹੈ। ਹਰ ਮਹੀਨੇ ਅਸੀਂ ਕਮੇਟੀ ਦੀ ਬੋਲੀ ਲਾਉਂਦੇ ਹਾਂ। ਲੋੜਵੰਦ ਆਪਣਾ ਹਿਸਾਬ ਲਗਾ ਕੇ ਬੋਲੀ ਦਿੰਦਾ ਅਤੇ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਬੋਲੀ ਵਾਲੀ ਕੀਮਤ ਕੱਟ ਕੇ ਬਾਕੀ ਪੈਸੇ ਦੇ ਦਿੱਤੇ ਜਾਂਦੇ ਆ। ਜੋ ਬੋਲੀ ਲੱਗੀ ਹੁੰਦੀ ਹੈ ਨਾ, ਉਸ ਦਾ ਮੁਨਾਫਾ ਸਾਰੇ ਮੈਂਬਰਾਂ ਵਿੱਚ ਵੰਡ ਲਿਆ ਜਾਂਦਾ।
ਕੈਸ਼ੀਅਰ ਨੂੰ ਬੋਲੀ ਤੋਂ ਰਾਹਤ ਹੁੰਦੀ ਹੈ, ਅਤੇ ਕਮੇਟੀ ਦੀ ਸ਼ਰਤ ਮੁਤਾਬਿਕ ਉਹਨੂੰ ਦੂਜੀ ਜਾਂ ਸਮਝ ਲਓ ਤੀਜੀ ਪੂਰੀ ਕਮੇਟੀ ਯਾਨੀ ਕਿ ਬਿਨਾਂ ਕਾਟ ਤੋਂ ਪੂਰੀ ਰਕਮ ਮਿਲਦੀ ਹੈ ਜਨਾਬ। ਤੇ ਕੈਸ਼ੀਅਰ ਮੈਂ ਹਾਂ। ਸੋ ਬੋਲੀ ਸਾਡੇ ਕੁਆਟਰ ਵਿੱਚ ਲੱਗਦੀ ਹੈ, ਸਮਝ ਗਏ? ਉਹ ਤਣ ਕੇ ਮੇਰੇ ਅੱਗੇ ਖੜੀ ਹੋ ਗਈ। ਮਾਲਤੀ ਹੈ ਤਾਂ ਵਧੀਆ ਕੰਮ, ਪਰ ਸੰਭਲ ਕੇ ਚੱਲੀ। ਜੀ ਤੁਸੀਂ ਚਿੰਤਾ ਨਾ ਕਰੋ। ਸੱਚਮੁੱਚ ਉਸਨੇ ਮੈਨੂੰ ਕਦੇ ਚਿੰਤਾ ਤੋਂ ਹੋਣ ਹੀ ਨਹੀਂ ਸੀ ਦਿੱਤਾ। ਚਿਹਰਾ ਪੜ੍ਹ ਕੇ ਦਿਲ ਦੀ ਵੇਦਨਾ ਸਮਝ ਲੈਂਦੀ, ਮੁਸ਼ਕਿਲ ਦਾ ਹੱਲ ਤਾਂ ਸੁਝਾ ਦਿੰਦੀ, ਪਰ ਆਪਣੀ ਪੋਟਲੀ ਚੋਂ ਨਿੱਕੇ ਪੈਸੇ ਦੀ ਮਦਦ ਨਾ ਕਰਦੀ। ਪੈਸੇ ਦੀ ਪੀਰ ਆ ਤੂੰ। ਮੈਂ ਚੜਾਉਂਦਾ, ਹਾਂਜੀ ਹੈਗੀਆਂ, ਬਿਲਕੁਲ ਹੈਗੀਆਂ ਪੈਸੇ ਦੀ ਪੀਰ। ਹੈਗੀਆਂ। ਹੱਸ ਕੇ ਉਹ ਗਰਦਨ ਹੋਰ ਉੱਚੀ ਕਰ ਲੈਂਦੀ। ਇਸੇ ਤਣੀ 'ਚ ਵਿਆਹ ਨੂੰ 4 ਸਾਲ ਹੋ ਗਏ। ਮਾਂ ਅਗਲੀ ਪੀੜ੍ਹੀ ਝੋਲੀ ਕਢਾਉਣ ਦੀ ਰੀਝ ਲੈ ਕੇ ਚੱਲ ਵਸੀ। ਵੱਡੀ ਭੈਣ ਦਾ ਵਿਆਹ ਹੋ ਗਿਆ, ਉਸ ਨਾਲੋਂ ਛੋਟੀ ਨਰਸ ਬਣ ਗਈ, ਅਤੇ ਸਭ ਤੋਂ ਛੋਟੀ ਨਾਲ ਮੇਰੀ ਵੀ BA ਮੁਕੰਮਲ ਹੋ ਗਈ। ਅਸੀਂ ਦੋਹਾਂ ਨੇ ਰੇਲਵੇ ਭਰਤੀ ਲਈ ਇਮਤਿਹਾਨ ਦਿੱਤਾ। ਮੇਰਾ ਸਹਾਇਕ ਸਟੇਸ਼ਨ ਮਾਸਟਰ ਦਾ ਅਤੇ ਛੋਟੀ ਭੈਣ ਦਾ ਕਲੈਰੀਕਲ ਪ੍ਰੀਖਿਆ ਟੈਸਟ ਕਲੀਅਰ ਹੋ ਗਿਆ। ਮੈਂ ਦਰਜਾ 4 ਤੋਂ ਦਰਜਾ 3 'ਚ ਪ੍ਰਮੋਟ ਹੋ ਕੇ ਟ੍ਰੇਨਿੰਗ ਲਈ ਚੰਦੌਸੀ ਜਾ ਪਹੁੰਚਿਆ। ਟ੍ਰੇਨਿੰਗ ਪਾਸ ਕੀਤੀ। ਜਿਸ ਸਟੇਸ਼ਨ 'ਤੇ ਸਾਰੀ ਉਮਰ ਪਿਤਾ ਜੀ ਨੇ ਸਿਰ ਝੁਕਾ ਕੇ ਹੱਥ ਬੰਨ੍ਹੀ ਰੱਖੇ ਸਨ, ਉਸ ਸਟੇਸ਼ਨ 'ਤੇ ਮੈਂ ਸਹਾਇਕ ਸਟੇਸ਼ਨ ਮਾਸਟਰ ਲੱਗ ਕੇ ਗੱਡੀਆਂ ਪਾਰ ਕਰਾਉਣ ਲੱਗਿਆ। ਦਰਜਾ 4 ਕੁਆਟਰ ਤੋਂ ਪਿੱਛਾ ਛੁੱਟ ਗਿਆ। ਅਸੀਂ ਛੋਟੇ ਕੁਆਟਰ ਤੋਂ ਬਾਊਆਂ ਦੇ ਵੱਡੇ ਕੁਆਟਰ 'ਚ ਪਹੁੰਚ ਗਏ। ਇਹਨਾਂ ਕੁਆਟਰਾਂ 'ਚ ਕਦੇ ਮੇਰੇ ਪਿਤਾ ਜੀ ਸਿਰ ਝੁਕਾਈ ਬਾਊਆਂ ਦੇ ਹੁਕਮ ਪਗਾਉਂਦੇ ਸਾਡੇ 4 ਭੈਣ ਭਰਾਵਾਂ ਲਈ ਵੱਡੇ ਸੁਪਨੇ ਵੇਖਿਆ ਕਰਦੇ ਸਨ। ਕਾਸ਼ ਇਹ ਸਭ ਵੇਖਣ ਲਈ ਜਿਉਂਦੇ ਹੁੰਦੇ। ਕਾਸ਼ ਇਹ ਸਭ ਵੇਖਣ ਲਈ ਜਿਉਂਦੇ ਹੁੰਦੇ। 5ਵੇਂ ਸਾਲ ਮਾਲਤੀ ਦੀ ਕੁੱਖ ਹਰੀ ਹੋਈ। ਦੋਵੇਂ ਨਿੱਕੀਆਂ ਭੈਣਾਂ ਨੌਕਰੀ 'ਚ ਆ ਗਈਆਂ, ਅਤੇ ਸੁੱਖ ਨਾਲ ਦੋਵਾਂ ਨੂੰ ਆਪਣੇ ਖੇਤਰ ਦੇ ਵਾਰ ਵੀ ਮਿਲ ਗਏ। ਮਾਂ ਪਿਤਾ ਜੀ ਕੰਧ 'ਤੇ ਟੰਗੀ ਤਸਵੀਰ ਹੋ ਗਏ। ਭੈਣਾਂ ਆਪੋ ਆਪਣੇ ਘਰਾਂ ਵਿੱਚ ਰੁੱਝ ਗਈਆਂ। ਮਾਲਤੀ ਮੈਨੂੰ ਪਿਤਾ ਬਣਨ ਦਾ ਸੁੱਖ ਦੇਣ ਵਾਲੀ ਸੀ। ਪਿਛਲੇ 5 ਸਾਲਾਂ ਵਿੱਚ ਇਹ ਸਭ ਕੁਝ ਮੈਨੂੰ ਜਿਵੇਂ ਸੁਪਨਾ ਜਾਪਦਾ। ਸੱਚ ਝੂਠ ਪਰਖਣ ਲਈ ਮੈਂ ਕਦੇ ਪਿੰਡੇ ਚੁੰਡੀ ਵੜਦਾ, ਤੇ ਕਦੀ ਆਪਣੇ ਮੂੰਹ ਤੇ ਚਪੇੜ ਮਾਰ ਕੇ ਖੁਦ ਨੂੰ ਸੱਚ ਦੀ ਤਸੱਲੀ ਕਰਵਾਉਂਦਾ। ਮਾਲਤੀ ਨੇ ਧੀ ਪੁੱਤਰ ਜੋੜੇ ਬਾਲਾਂ ਨੂੰ ਜਨਮ ਦਿੱਤਾ। 6 ਸਾਲਾਂ ਵਿੱਚ 2 ਬਾਲ ਤਾਂ ਹੋਣੇ ਹੀ ਸੀ। ਸੋਚ ਕੇ ਮੇਰਾ ਆਪ ਮੋਰਿਆ ਆਸਾ ਛੁੱਟ ਗਿਆ। ਮੇਰਾ ਪਰਿਵਾਰ, ਭਰਿਆ ਪੂਰਾ ਘਰ ਸੰਸਾਰ, ਪਰ ਮਾਲਤੀ ਦਾ ਆਪਣਾ ਘਰ ਸੁਪਨਾ ਪੂਰਾ ਕਰਨਾ ਮੇਰੇ ਲਈ ਪਹਾੜ ਦੀ ਚੋਟੀ ਸਰ ਕਰਨਾ ਸੀ। ਜੋੜੇ ਬਾਲਾਂ ਦਾ ਪਾਲਣ ਪੋਸ਼ਣ, ਵਿਆਹੀਆਂ ਭੈਣਾਂ ਦੀ ਕਬੀਲਦਾਰੀ, ਸਟੇਸ਼ਨ ਮਾਸਟਰ ਦੀ ਤਨਖਾਹ,
ਸਾਰਿਆਂ ਨਾਲ ਪੂਰੀ ਲੈਂਦੀ ਹਮ ਜਾਂਦੀ ਪੂਰੀ ਲੈਂਦੀ ਹਮ ਜਾਂਦੀ। ਇੱਧਰ ਮਾਲਤੀ ਗਾਹੇ ਪਗਾਹੇ ਬੋਲਦੀ ਰਹਿੰਦੀ। ਕੋਈ ਪੱਕਾ ਟਿਕਾਣਾ ਹੋਵੇ ਤਾਂ ਦੁਕਾਨ ਕਿਰਾਏ ਤੇ ਲੈ ਕੇ ਬੁਟੀਕ ਖੋਲ ਲਵਾਂ। ਹਰ ਚੌਥੇ ਸਾਲ ਨਵਾਂ ਕੁਆਟਰ, ਬਾਲਣ ਹੀ ਨਵਾਂ ਸਕੂਲ। ਅਜੇ ਬੁਟੀਕ ਦੇ ਗਾਹਕ ਪੱਕੇ ਹੋਣ ਲੱਗਦੇ ਨੇ ਤੇ ਸਾਡਾ ਬੋਰੀਆ ਬਿਸਤਰਾ ਬੰਨਣ ਦਾ ਵਕਤ ਆ ਜਾਂਦਾ। ਤਬਾਦਲੇ ਦੇ ਦਿਨ ਮੇਰੀ ਤਬਾਦਲੇ ਦੇ ਦਿਨ ਆਰਥਿਕਤਾ ਦਾ ਰੱਜ ਕੇ ਮੂੰਹ ਚੜਾਉਂਦੇ ਆ। ਸੱਚ ਹੈ, ਤਬਾਦਲੇ ਦੇ ਦਿਨ ਮੇਰੀ ਆਰਥਿਕਤਾ ਦਾ ਰੱਜ ਕੇ ਮੂੰਹ ਚੜਾਉਂਦੇ ਆ। ਸਾਰਾ ਕੁਝ ਪਰ ਗੱਡੀ ਚੱਲੀ ਜਾਂਦੀ। ਕਦੀ ਕੁਐਸਚਨ ਆ ਜਾਂਦਾ, ਪਰ ਲਾਈਨ ਦੀ ਮੁਰੰਮਤ ਹੁੰਦੀ ਜ਼ਿੰਦਗੀ ਰਫ਼ਤਾਰ ਫੜ ਲੈਂਦੀ। ਵਿਆਹ ਦੀ 15ਵੀਂ ਵਰ੍ਹੇਗੰਢ ਮਾਲਤੀ ਨੂੰ ਕੁਝ ਜ਼ਿਆਦਾ ਹੀ ਚਾਅ ਚੜਿਆ ਹੋਇਆ ਸੀ। ਅੰਦਰ ਹੀ ਅੰਦਰ ਕੋਈ ਤਾਣਾ ਬੁਣਿਆ ਜਾ ਰਿਹਾ। ਮੈਂ ਉਸ ਦਾ ਚਿਹਰਾ ਪੜ੍ਹ ਕੇ ਅੰਦਰ ਜਾਣਨ ਦੀ ਉਲਝਣ 'ਚ ਉਲਝਿਆ ਸੀ ਕਿ ਉਹੀ ਗੱਲ ਹੋਈ। ਪਤਾ ਨਹੀਂ ਕਿਹੜੀ ਨੁੱਕਰ 'ਚ ਸਾਂਭੇ ਪੈਸੇ ਉਹ ਕੱਢ ਲਿਆਈ ਤੇ ਅੱਖਾਂ ਭਰ ਕੇ ਮੇਰੇ ਅੱਗੇ ਢੇਰ ਕਰਦਿਆਂ ਕਹਿਣ ਲੱਗੀ, ਆਪਣਾ ਘਰ, ਆਪਣਾ ਘਰ। ਇੰਨੇ ਪੈਸੇ ਮਾਲਤੀ, ਇੰਨੇ ਪੈਸੇ? ਮੈਂ ਹੱਕਾ ਬੱਕਾ ਰਹਿ ਗਿਆ। ਮੈਂ ਤਾਂ ਕਦੀ ਮਾਲਤੀ ਨੂੰ ਤਨਖਾਹ 'ਚੋਂ ਕੁਝ ਫੜਾਇਆ ਹੀ ਨਹੀਂ। ਪਹਿਲੀ ਵਾਰੀ ਕਮੇਟੀ ਲਈ ਮੰਗੇ 500 ਰੁਪਏ ਦੇਣ ਤੋਂ ਵੀ ਇਨਕਾਰ ਕੀ ਕੀਤਾ। ਉਹਨੇ ਫਿਰ ਕਦੀ ਮੇਰੇ ਕੋਲ ਕੋਈ ਨਿੱਕਾ ਪੈਸਾ ਵੀ ਨਾ ਮੰਗਿਆ। ਮੈਂ ਉਲਝਣ ਸੁਲਝਾਉਣ 'ਚ ਫਸਿਆ ਸੀ ਕਿ ਉਹ ਬੋਲ ਪਈ, ਜੀ ਬਦਲੀ ਜਿੱਥੇ ਹੁੰਦੀ ਹੋਈ ਜਾਵੇ, ਹੁੰਦੀ ਰਵੇ ਬਦਲੀ, ਪਰ ਬੰਦੇ ਕੋਲ ਭਲਾ ਆਪਣੇ ਸਿਰ ਦੀ ਛੱਤ ਵੀ ਨਾ ਹੋਵੇ। ਪਤਾ ਉਦੋਂ ਲੱਗੂ ਜਦੋਂ ਰਿਟਾਇਰ ਹੋਏ। ਹੁਣ ਤਾਂ ਜਵਾਕ ਛੋਟੇ ਨੇ, ਕੱਲ ਨੂੰ ਜਦੋਂ ਵੱਡੇ ਹੋ ਗਏ ਫਿਰ ਨਹੀਂ ਖਰਚੇ ਸਾਹ ਲੈਣੇ। ਨਾਲੇ ਮੈਂ ਕਿਹੜਾ ਤੁਹਾਡੀ ਤਨਖਾਹ 'ਚੋਂ ਹਿੱਸਾ ਮਾਰਿਆ। ਕੱਲ ਨੂੰ ਵੱਡੇ ਹੋਏ ਬਾਲ ਇਹ ਨਾ ਮੇਣਾ ਮਾਰਨ ਕਿ ਅਸੀਂ ਆਪਣਾ ਘਰ ਵੀ ਨਾ ਬਣਾ ਸਕੇ। ਜਾਣਦਾ ਸਾਂ ਉਸ ਦੀਆਂ ਸਾਰੀਆਂ ਉੱਚੀਆਂ ਆਵਾਜ਼ਾਂ ਮੇਰੀ ਧੁੰਨੀ 'ਚ ਦੱਬੀ ਆਵਾਜ਼ ਨੂੰ ਦਫਨ ਕਰਨ ਲਈ ਲਗਾਤਾਰ ਉੱਚੀਆਂ ਹੋ ਰਹੀਆਂ ਨੇ। ਅਸਲ ਵਿੱਚ ਉਸ ਅੱਗੇ ਮੇਰੀ ਆਵਾਜ਼ ਹਮੇਸ਼ਾ ਦੱਬ ਕੇ ਰਹਿ ਜਾਂਦੀ। ਲੋੜਾਂ ਥੋੜ੍ਹਾ ਗਿਣਾਉਣ ਦੀ ਬਜਾਏ ਮੈਂ ਸਿੱਧਾ ਸਪਾਟ ਪੁੱਛਿਆ, ਪਤਾ ਵੀ ਲੱਗੇ ਘਰ ਬਣਾਉਣਾ ਕਿੱਥੇ ਆ? ਜਦੋਂ ਤੱਕ ਨੌਕਰੀ ਹੈ ਰਹਿਣਾ ਤਾਂ ਉੱਥੇ ਹੀ ਪੈਣਾ ਜਿੱਥੇ ਦੀ ਪੋਸਟਿੰਗ ਹੋਏਗੀ। ਫਿਰ ਘਰ ਕਿੱਥੇ ਬਣਾਉਣਾ? ਮੇਰਾ ਇਹ ਸੰਸਾ ਵੀ ਉਸਨੇ ਆਪੇ ਹੱਲ ਕਰ ਦਿੱਤਾ। ਤਪਾਕ ਦੇਣੇ ਬੋਲੀ, ਜ਼ਿਲ੍ਹਾ ਹੈੱਡਕੁਆਟਰ ਬਣਾਵਾਂਗੇ ਤਾਂ ਘਰ। ਗੁੱਡੀ ਵਿਆਹੀ ਜਾਵੇਗੀ, ਕਾਕਾ ਜੋ ਵੀ ਕਰੇ ਜਿੱਥੇ ਵੀ ਰਹੇ, ਘੱਟੋ ਘੱਟ ਉਸਨੂੰ ਆਪਣੀ ਛੱਤ ਉਸਾਰਨ ਦੀ ਚਿੰਤਾ ਤਾਂ ਨਾ ਰਹੇਗੀ ਨਾ। ਉਸਦਾ ਵੀ ਆਪਣਾ ਜੱਦੀ ਪੁਸ਼ਤੀ ਘਰ ਹੋਵੇਗਾ। ਅਸੀਂ ਦੋਹਾਂ ਨੇ ਮਿਲ ਕੇ ਉਸਦੇ ਜੋੜੇ ਪੈਸੇ ਗਿਣੇ।
छोटे वड्डे नोट ते सिक्के मिला के 1,63,000 के करीब। ਇਹਦਾ ਕੀ ਆਏਗਾ? ਹਾਂ, ਇਹਦਾ ਕੀ ਹੋਣਾ? ਮੈਂ ਹੱਸਿਆ। ਉਹ ਉੱਠੀ ਤੇ ਪਤਾ ਨਹੀਂ ਕਿਹੜੀ ਖੁੱਡ ਚੋਂ ਇੱਕ ਲੀਰਾ ਲੱਥਾ ਲੈਦਰ ਦਾ ਬੈਗ ਚੁੱਕ ਲਿਆਈ। ਇਹ ਵੇਖੋ ਕਿੰਨੀਆਂ ਐਫਡੀਆਂ ਤੇ ਕਿਸਾਨ ਵਿਕਾਸ ਪੱਤਰ, ਮੇਰੀ ਹਰ ਕਮੇਟੀ ਦਾ ਹਿਸਾਬ ਵੇਖੋ ਸਹੀ। ਹੁਣ ਉਸਦਾ ਹੱਸਣਾ ਤੇ ਮੇਰੀਆਂ ਅੱਖਾਂ ਫਟੀਆਂ ਰਹਿ ਜਾਣਾ ਸੁਭਾਵਿਕ ਸੀ। ਗਿਣਨ ਲੱਗੇ 5,000, 6,000, 7,500, 12,000। ਓਹੋ, 12,000 ਵਾਲੀਆਂ ਮੈਚੋਰ ਹੋਈਆਂ ਐਫਡੀਆਂ, ਕਿਸਾਨ ਵਿਕਾਸ ਪੱਤਰ ਗਿਣਦਿਆਂ ਉਸਦੇ ਚਿਹਰੇ ਦੀ ਵੱਧਦੀ ਚਮਕ ਨੇ ਮੇਰੀਆਂ ਅੱਖਾਂ ਛਲ-ਛਲ ਕਰ ਦਿੱਤੀਆਂ। ਛਲ-ਛਲ ਕਰ ਦਿੱਤੀਆਂ ਮੇਰੀਆਂ ਅੱਖਾਂ। ਵਾਹ ਵੇ ਦਾਰੀ, ਜਿਉਂਦਾ ਰਹਿ ਭਲਿਆ ਲੋਕਾ। ਵਾਹ ਦਾਰੀ। ਮਾਲਤੀ ਨੂੰ ਬੁੱਕਲ 'ਚ ਲੈਂਦਿਆਂ ਮੈਂ ਮੇਲ ਦਾ ਸਬੱਬ ਬਣੇ ਦਾਰੀ ਦਾ ਦਿਲੋਂ ਧੰਨਵਾਦ ਕੀਤਾ। ਮਾਲਤੀ ਦੀਆਂ ਅੱਖਾਂ ਰਾਹੀਂ ਵੇਖਿਆ ਮੈਨੂੰ ਆਪਣੇ ਘਰ ਦਾ ਸੁਪਨਾ ਸਾਕਾਰ ਹੁੰਦਾ ਲੱਗਿਆ। ਅਗਲੇ ਦਿਨ ਪਲਾਟ ਦੀ ਭਾਲ ਲਈ ਦਲਾਲਾਂ ਨਾਲ ਗੱਲ ਹੋ ਗਈ। ਹਫ਼ਤੇ ਵਿੱਚ ਇੱਕ ਮਰਲਾ ਨਹੀਂ ਬਲਕਿ 10 ਮਰਲੇ ਪਲਾਟ ਦੀ ਪੇਸ਼ਗੀ ਸਾਈ ਦੇ ਦਿੱਤੀ ਗਈ। ਹੌਲੀ ਹੌਲੀ ਨੀਹਾਂ ਭਰੀਆਂ ਗਈਆਂ। ਉਸਦੀ ਹਿੰਮਤ ਮੇਰਾ ਹੌਸਲਾ ਬਣਨ ਲੱਗੀ। ਮੈਂ ਸੁਸਾਇਟੀ ਲੋਨ ਤਾਂ ਲੈ ਲਿਆ, ਪਰ ਜੀਪੀ ਫੰਡ 'ਚੋਂ ਪੈਸੇ ਕਢਾਉਣ ਦੀ ਗੱਲ ਮਾਲਤੀ ਨੇ ਮੇਰੇ ਸੰਗ ਅੰਦਰ ਹੀ ਘੁੱਟ ਦਿੱਤੀ। ਅਖੇ ਆਪਣੇ ਬਾਲਾਂ ਦਾ ਭਵਿੱਖ ਦਾਅ 'ਤੇ ਲਾ ਕੇ ਸੁਪਨੇ ਨਹੀਂ ਉਸਾਰਨੇ ਮੈਂ। ਕੋਈ ਨਾ, ਨੀਹਾਂ ਤਾਂ ਭਰੀਆਂ ਗਈਆਂ, ਆਪੇ ਹੌਲੀ ਹੌਲੀ ਕੰਧਾਂ ਵੀ ਖੜੀਆਂ ਹੋ ਜਾਣਗੀਆਂ। GPF 'ਚੋਂ ਨਹੀਂ ਲੈਣੇ ਆਪਾਂ ਪੈਸੇ। ਮਾਲਤੀ ਬਾਲਾਂ ਨੂੰ ਸੰਭਾਲਦੀ, ਜਿੱਥੇ ਵੀ ਜਾਂਦੀ ਆਪਣਾ ਬੁਟੀਕ ਨਾਲ ਚੁੱਕੀ ਰੱਖਦੀ। ਇੱਕ ਤੋਂ ਦੂਜੇ ਸਟੇਸ਼ਨ 'ਤੇ ਬਦਲੀ ਨੇ ਉਸਦੇ ਗਾਹਕਾਂ ਦੇ ਡੱਬੇ ਕਈ ਸਟੇਸ਼ਨਾਂ ਤੱਕ ਪਹੁੰਚਾ ਦਿੱਤੇ। ਸਰਵਾਈਕਲ ਦੀ ਪਰੇਸ਼ਾਨੀ ਕਰਕੇ ਚਾਹੇ ਸਿਲਾਈ ਦਾ ਕੰਮ ਟੇਲਰ ਮਾਸਟਰ ਕਰਨ ਲੱਗਿਆ ਸੀ, ਪਰ ਮਾਲਤੀ ਆਪਣਾ ਹਿਸਾਬ ਨਾ ਵਿਗੜਨ ਦਿੰਦੀ। ਮਾਲਤੀ। ਵਿਆਹ ਦੀ 22ਵੀਂ ਵਰ੍ਹੇਗੰਢ ਦੋਹਰਾ ਜਸ਼ਨ ਬਣ ਕੇ ਆਈ। ਮੈਂ ਸਟੇਸ਼ਨ ਮਾਸਟਰ ਤੋਂ ਸਟੇਸ਼ਨ ਸੁਪਰਡੈਂਟ ਪ੍ਰਮੋਟ ਹੋਇਆ ਤੇ ਮਾਲਤੀ ਦੀਆਂ ਅੱਖਾਂ ਨਾਲ ਵੇਖਿਆ ਸਾਡਾ ਸੁਪਨਾ ਆਪਣਾ ਘਰ ਬਿਜਲੀਆਂ ਸੰਗ ਨਹਾਤਾ, ਫੁੱਲਾਂ ਨਾਲ ਸ਼ਿੰਗਾਰਿਆ ਸਾਡੀਆਂ ਅੱਖਾਂ ਸਾਹਮਣੇ ਸਾਕਾਰ ਖੜਾ ਸੀ। ਆਪਣਾ ਘਰ ਬਿਜਲੀਆਂ ਸੰਗ ਨਹਾਤਾ, ਫੁੱਲਾਂ ਨਾਲ ਸ਼ਿੰਗਾਰਿਆ ਸਾਡਾ ਸੁਪਨਾ ਆਪਣਾ ਘਰ। ਭੈਣਾਂ ਪਰਿਵਾਰਾਂ ਨਾਲ ਹੱਸਦੀਆਂ ਨੇ ਘਰ ਦੀ ਦਹਲੀਜ਼ ਤੇ ਪੈਰ ਧਰਿਆ ਤੇ ਮਾਲਤੀ ਨੇ ਚਾਈ ਤੇਲ ਚੋਇਆ। ਸਕੇ ਸੁਨਈਆਂ ਦੀ ਭੀੜ ਵਿੱਚ ਜੇ ਕੋਈ ਨਜ਼ਰ ਨਹੀਂ ਸੀ ਆ ਰਿਹਾ ਤਾਂ ਉਹ ਸਨ ਗੁੱਡੀ ਤੇ ਕਾਕਾ। ਅਸਲ ਵਿੱਚ IIT 'ਚ ਦਾਖਲੇ ਨੇ ਦੋਹਾਂ ਦੇ ਸੁਪਨਿਆਂ ਨੂੰ ਖੰਭ ਲਾ ਦਿੱਤੇ ਨੇ। ਦੋਹਾਂ ਵੱਲੋਂ ਆਨਲਾਈਨ ਬੁੱਕ ਕੀਤਾ ਕੇਕ ਸ਼ਾਮ ਨੂੰ ਸਹੀ ਸਮੇਂ ਗੇਟ ਤੇ ਡਿਲੀਵਰੀ ਲਈ ਪਹੁੰਚ ਗਿਆ। ਕੇਕ ਫੜਦੀ ਮਾਲਤੀ ਖੁਸ਼ ਹੈ।
बेहद खुश है मालती। ਮਹਿਮਾਨਾਂ ਨੂੰ ਹੱਸ-ਹੱਸ ਮਿਲਦੀ ਨੇ ਘਰ ਦੀ ਚੱਟ ਕੀਤੀ। ਰਾਤ ਤੱਕ ਮੁਬਾਰਕਾਂ ਦਿੰਦੇ ਮਹਿਮਾਨ ਵਿਦਾ ਹੋਏ। ਆਪਣੇ ਘਰ ਵਿੱਚ ਸਾਡੇ ਦੋਹਾਂ ਦੀ ਪਹਿਲੀ ਰਾਤ। ਬੈਡਰੂਮ 'ਚ ਪਹੁੰਚੇ। ਅਜੀਬ ਜਿਹੀ ਚਰਨਾਹਟ ਨਾਲ ਰੋਮ ਰੋਮ ਲਬਰੇਜ਼। ਅਜੀਬ ਜਿਹੀ ਚਰਨਾਹਟ, ਜਿਵੇਂ ਸਾਡੇ ਵਿਆਹ ਦੀ ਇਹ ਪਹਿਲੀ ਰਾਤ ਹੋਵੇ। ਇੱਕ ਮਿੰਟ ਨਾ ਮਾਲਤੀ ਸੁੱਤੀ, ਨਾ ਮੇਰੀ ਅੱਖ ਲੱਗੀ। ਇੱਕ ਮਿੰਟ ਵੀ ਨਾ ਮਾਲਤੀ ਸੁੱਤੀ, ਨਾ ਮੇਰੀ ਅੱਖ ਲੱਗੀ। ਜ਼ਿੰਦਗੀ ਦੇ 2 ਦਹਾਕੇ ਅੱਖਾਂ 'ਚ ਪਿਘਲਦੇ, ਗੱਲਾਂ 'ਚੋਂ ਢਲਦੇ, ਇੱਕ ਦੂਜੇ ਦੀ ਬੁੱਕਲ ਦਾ ਨਿੱਘ ਬਣਦੇ ਰਹੇ। ਖੁਸ਼ੀ ਦੇ ਖੰਭਾਂ ਤੇ ਸਵਾਰ ਉੱਡਦੀ ਹੋਈ ਰਾਤ ਲੰਘ ਗਈ। ਮੈਂ ਅਗਲੀ ਸਵੇਰ ਡਿਊਟੀ ਤੇ ਪਹੁੰਚਣਾ ਸੀ। ਤੜਕੇ ਉੱਠੇ, ਨਹਾ ਧੋ ਕੇ ਰੋਜ਼ੀ ਰੋਟੀ ਦੇ ਟਿਕਾਣੇ ਵੱਲ ਪਰਤਣ ਲਈ ਤਿਆਰ ਹੋ ਗਏ। ਇਹ ਕੀ ਮਾਲਤੀ? ਹਾਂ, ਇਹ ਕੀ? ਘਰ ਦੀਆਂ ਕੰਧਾਂ ਸਹਿਲਾਉਂਦੀ, ਦਰਵਾਜ਼ੇ ਚੁੰਮ ਕੇ ਪਿਆਰ ਨਾਲ ਹੱਥ ਫੇਰਦੀ ਦੀਆਂ ਭਰੀਆਂ ਅੱਖਾਂ। ਮੇਰਾ ਪੁੱਛਣਾ ਵਾਜਿਬ ਸੀ। ਕੁਝ ਨਹੀਂ ਜੀ, ਕੁਝ ਨਹੀਂ। ਮੈਂ ਬਸ ਚਾਹੁੰਦੀ ਹਾਂ ਕਿ ਇਸ ਘਰ ਨੂੰ ਮੇਰੀ ਤੇ ਮੈਨੂੰ ਇਸ ਘਰ ਦੀ ਇੰਨੀ ਆਦਤ ਪੈ ਜੇ ਕਿ ਮੈਂ ਕੁਝ ਨਾ ਆਵਾਂ ਤੇ ਮੈਥੋਂ ਉਦਾਸ ਹੋ ਜਾਏ। ਮੈਨੂੰ ਖਿੱਚ ਪਾਵੇ ਤੇ ਮੈਂ ਭੱਜੀ ਆਵਾਂ ਤੁਹਾਡੇ ਤੇ ਬਾਲਾਂ ਨਾਲ ਸਕੂਨ ਦੀ ਤਲਾਸ਼ 'ਚ। ਭੱਜੀ ਆਵਾਂ ਬਸ। ਇੰਨੀ ਆਦਤ ਪੈ ਜੇ ਮੈਨੂੰ ਇਸ ਘਰ ਦੀ ਤੇ ਇਸ ਨੂੰ ਮੇਰੀ ਆਦਤ। ਉਸ ਦੀਆਂ ਭਰੀਆਂ ਅੱਖਾਂ ਝਲਕ ਪਈਆਂ। ਹਟ, ਚੱਲੀ ਨਾ ਹੋਵੇ ਤਾਂ। ਮੈਂ ਮਾਲਤੀ ਨੂੰ ਕਲਾਵੇ 'ਚ ਸਮੇਟਿਆ, ਘਰ ਨੂੰ ਤਾਲਾ ਲਗਾਇਆ ਤੇ ਵਾਪਸ ਚੱਲ ਪਏ। ਫੈਸਲਾ ਹੋਇਆ ਕਿ ਕੋਈ ਵੀ ਤਿੱਥ ਤਿਉਹਾਰ, ਜਨਮ ਦਿਹਾੜਾ ਜਾਂ ਵਿਆਹ ਦੀ ਵਰ੍ਹੇਗੰਢ ਹੋਵੇ, ਜਸ਼ਨ ਆਪਣੇ ਆਲਣੇ ਵਿੱਚ ਹੀ ਮਨਾਇਆ ਜਾਵੇਗਾ। ਕੈਰੀਅਰ ਦੀਆਂ ਮਜਬੂਰੀਆਂ 'ਚ ਬੱਚੇ, ਦੋਵੇਂ ਬੱਚੇ ਭਾਵੇਂ ਕਿਸੇ ਸਮਾਗਮ 'ਚ ਸ਼ਾਮਿਲ ਹੁੰਦੇ, ਕਿਸੇ 'ਚ ਨਾ ਹੋ ਸਕਦੇ, ਪਰ ਅਸੀਂ ਦੋਹਾਂ ਜੀਆਂ ਨੇ ਪਾਈ ਪਿਰਤ ਨਾ ਤੋੜੀ। ਗੁੱਡੀ ਦਾ ਵਿਆਹ ਕੀਤਾ। ਸਹੁਰਿਆਂ ਦੀ ਇੱਛਾ ਮੁਤਾਬਿਕ ਉਹਨਾਂ ਦੇ ਮਨਪਸੰਦ ਮੈਰਿਜ ਪੈਲੇਸ 'ਚ ਸਾਰਾ ਫੰਕਸ਼ਨ ਹੋਇਆ। ਪਰ ਗੁੱਡੀ ਦੀ ਲਾਵਾਂ ਦੀ ਵੇਦੀ ਸਾਡੇ ਆਪਣੇ ਆਸ਼ੀਆਨੇ ਦੇ ਵਿਹੜੇ 'ਚ ਸਜਾਈ ਗਈ। ਬਾਬਲ ਦੀ ਦਹਲੀਜ਼ ਤੋਂ ਖੁਸ਼ੀ ਭਰੇ ਹੰਝੂਆਂ 'ਚ ਧੀ ਦੀ ਵਿਦਾਇਗੀ ਦਾ ਸਕੂਨ। ਮਾਲਤੀ ਦਾ ਰੋਮ ਰੋਮ ਪੜਨ ਵਾਲਾ ਹੀ ਜਾਣੇ। ਮਾਲਤੀ ਦਾ ਰੋਮ ਰੋਮ ਪੜ੍ਹਨ। ਧੀ ਸਹੁਰੇ ਘਰ ਹੱਸਣ ਵਸਣ ਲੱਗੀ। ਪੁੱਤ ਨੂੰ ਦਾਣਾ ਪਾਣੀ ਗੁੜਗਾਉਂ ਖਿੱਚ ਕੇ ਲੈ ਗਿਆ। ਇੱਕੋ ਦਫ਼ਤਰ 'ਚ ਕੰਮ ਕਰਦਿਆਂ ਦਿਲਾਂ ਦੀ ਖਿੱਚ ਜ਼ਿੰਦਗੀ ਦੀ ਗੰਢ ਬਣ ਗਈ। ਕਾਕੇ ਦਾ ਵਿਆਹ ਗੁੜਗਾਉਂ ਹੋਇਆ। ਸਾਰੀਆਂ ਤਿਆਰੀਆਂ ਬਾਲਾਂ ਨੇ ਆਪੇ ਹੀ ਕਰ ਲਈਆਂ। ਮਹਿਮਾਨ ਬਣ ਕੇ ਅਸੀਂ ਗੁੜਗਾਉਂ ਜਾ ਪਹੁੰਚੇ। ਦੇਖੋ ਜੀ, ਜਿੱਥੇ ਤੇ ਜਿਵੇਂ ਬੱਚੇ ਖੁਸ਼ ਨਾ, ਅਸੀਂ ਉਵੇਂ ਹੀ ਖੁਸ਼ ਹਾਂ। ਇਹ ਆਖਦੀ ਮਾਲਤੀ ਨੂੰ ਪੁੱਤਰ ਨੂੰ ਛੇਤੀ ਆਪਣੇ ਘਰ ਫੇਰਾ ਪਾਉਣ ਦੀ ਤਾਕੀਦ ਕਰਕੇ ਮੇਰੇ ਨਾਲ ਵਾਪਸ ਪਰਤ ਆਈ। ਉਹ
ਉਸ ਦਾ ਅੰਦਰ ਰਿੱਝਦਾ ਮੈਂ ਮਹਿਸੂਸ ਕਰਦਾ, ਪਰ ਜਾਣਦਾ ਸੀ ਇਸ ਵੇਲੇ ਤਕਰੀਰ ਤਕਰਾਰ ਬਣ ਜਾਏਗੀ ਤੇ ਚੁੱਪ ਚੁੱਪ ਪੱਲੇ ਜ਼ਖਮ ਦਾ ਫੰਬਾ। ਉਹ ਜ਼ਿੱਦ ਮੱਲ ਬੈਠੀ ਕਿ ਰਿਟਾਇਰਮੈਂਟ ਤੋਂ ਬਾਅਦ ਅਸੀਂ ਕਿਧਰੇ ਨਹੀਂ ਜਾਣਾ, ਆਪਣੇ ਘਰ ਰਹਾਂਗੇ। ਨੂੰ ਪੁੱਤਰ ਦੋਵੇਂ ਨੌਕਰੀ ਵਾਲੇ ਨੇ, ਆਉਂਦੇ ਜਾਂਦੇ ਰਹਿਣਗੇ, ਪਰ ਪੋਤਾ ਹੋਵੇ ਜਾਂ ਪੋਤੀ ਅਸੀਂ ਆਪਣੇ ਕੋਲ ਰੱਖਾਂਗੇ, ਆਪਣੇ ਘਰ। ठीक है मालती, जो तू आखेंगी वही होवेगा, सब ठीक है। ਜ਼ਿੰਦਗੀ ਕਈ ਦਿਨ ਡੁਸਕਦੀ ਰਹੀ। ਕਦੀ ਧੀ ਨੂੰ ਫੋਨ ਕਰ ਲਿਆ, ਕਦੀ ਨੂੰਹ ਪੁੱਤ ਨੂੰ। ਹੌਲੀ ਹੌਲੀ ਫਿਰ ਮਸਤ ਚਾਲ ਚੱਲਦੇ ਅਸੀਂ ਸੁਪਨੇ ਉਲੀਕਣ ਲੱਗੇ। ਮੇਰੀ ਰਿਟਾਇਰਮੈਂਟ 'ਚ 2 ਸਾਲ ਰਹਿ ਗਏ। ਮਾਲਤੀ ਨੂੰ ਘਰ ਦਾ ਹੇਜ ਕੁਝ ਜ਼ਿਆਦਾ ਹੀ ਹੋਣ ਲੱਗਿਆ। ਸਪਤਾਹਿਕ ਰੈਸਟ ਲੀਵ ਨੂੰ ਅਸੀਂ ਘਰ ਚਲੇ ਜਾਣਾ। ਦਹਲੀਜ਼ ਤੇ ਪੱਬ ਧਰਦੀ, ਹੱਥ ਨਾਲ ਧਰਤੀ ਛੂਹ ਕੇ ਮੱਥੇ ਨੂੰ ਲਾਉਂਦੀ, ਦਰਵਾਜ਼ੇ ਸਹਿਲਾਉਂਦੀ, ਕੰਧਾਂ ਚੁੰਮਦੀ। ਸੱਚਮੁੱਚ ਹੀ ਘਰ ਦੇ ਰੋਮ ਰੋਮ 'ਚ ਜ਼ਿੰਦਗੀ ਧੜਕਦੀ। ਸੱਚਮੁੱਚ ਹੀ ਘਰ ਦੇ ਰੋਮ ਰੋਮ 'ਚ ਜ਼ਿੰਦਗੀ ਧੜਕਦੀ। ਨੂੰਹ ਪੁੱਤਰ ਨੇ ਵਿਆਹ ਦੀ ਪਹਿਲੀ ਸਾਲਗਿਰਾਹ ਘਰ ਆਉਣ ਦਾ ਵਾਅਦਾ ਕੀਤਾ। ਰਾਹ ਉਡੀਕਦੀਆਂ ਅੱਖਾਂ ਥੱਕ ਗਈਆਂ। ਫੇਰਾ ਤਾਂ ਨਾ ਪਾਇਆ, ਪਰ ਪੁੱਤਰ ਵੱਲੋਂ ਛੇਤੀ ਦਾਦਾ ਦਾਦੀ ਬਣਾਉਣ ਦੀ ਖੁਸ਼ਖਬਰੀ ਕੀ ਸੁਣ ਲਈ। ਮਾਲਤੀ ਨੇ ਤੂਫਾਨ ਚੁੱਕ ਲਿਆ। ਕਹਿੰਦੀ ਮੇਰੀ ਅੰਸ਼ ਮੇਰੇ ਆਪਣੇ ਘਰ 'ਚ ਹੀ ਜਨਮ ਲਵੇਗੀ। ਪਰ ਪੁੱਤਰ ਦੀ ਜ਼ਿੱਦ ਅੱਗੇ ਚਾਅ ਫਿਰ ਹਾਰ ਮੰਨ ਗਏ। ਮੇਰੀ ਨੌਕਰੀ ਦਾ ਆਖਰੀ ਮਹੀਨਾ ਮੇਰੇ ਦਾਦਾ ਬਣਨ ਦਾ ਪਹਿਲਾ ਮਹੀਨਾ ਵੀ ਸੀ। ਰਿਟਾਇਰਮੈਂਟ ਲੈ ਕੇ ਮਗਰ ਪਹੁੰਚਣ ਦਾ ਇਰਾਦਾ ਕਰਕੇ ਮਾਲਤੀ ਨੂੰ ਗੁੜਗਾਉਂ ਲਈ ਰਵਾਨਾ ਕਰ ਦਿੱਤਾ। ਨਵੀਂ ਜ਼ਿੰਦਗੀ ਦੀ ਆਮਦ ਉਡੀਕਦਿਆਂ ਸਮਾਂ ਖੰਭ ਲਾ ਕੇ ਉੱਡ ਗਿਆ। ਖੰਭ ਲਾ ਕੇ ਉੱਡ ਗਿਆ ਸਮਾਂ, ਨਵੀਂ ਜ਼ਿੰਦਗੀ ਦੀ ਆਮਦ ਉਡੀਕਦਿਆਂ। ਹਸਪਤਾਲ ਦੇ ਬਾਹਰ ਮੈਂ ਤੇ ਬੇਟਾ ਦੋਵੇਂ ਸੂਲੀ ਲਟਕੇ ਪਲਾਂ ਨਾਲ 2-4 ਹੋ ਰਹੇ ਹਾਂ। ਮਾਲਤੀ ਅੰਦਰ ਲੇਬਰ ਰੂਮ 'ਚ ਨੂੰਹ ਕੋਲ ਹੈ। बस थोड़ा सब्र कर मेरी बेटी, बस सब्र। हाँ मेरा पुत, हाँ हाँ सब्र कर, बस 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 मेरा बच्चा, बस बस। हाँ बस सब्र कर मेरी बच्ची, सब्र कर। ਮਾਲਤੀ ਦੇ ਨੂੰਹ ਨੂੰ ਹੌਸਲਾ ਦਿੰਦੇ ਬੋਲ ਸਾਡੇ ਕੰਨਾਂ ਤੱਕ ਪਹੁੰਚ ਕੇ ਸਾਡੀ ਉਤਸੁਕਤਾ ਵਧਾ ਰਹੇ ਨੇ। ਬਾਲ ਦੇ ਰੋਣ ਦੀ ਆਵਾਜ਼ ਸਾਡੇ ਪਿਓ ਪੁੱਤ ਦੀ ਕਿਲਕਾਰੀ ਬਣ ਗਈ। ਲੇਬਰ ਰੂਮ ਦੇ ਦਰਵਾਜ਼ੇ ਤੇ ਅੱਖਾਂ ਇੱਕ ਟਕ ਠਹਿਰ ਗਈਆਂ ਨੇ। ਕੁਝ ਮਿੰਟਾਂ ਵਿੱਚ ਤੌਲੀਏ 'ਚ ਲਪੇਟੀ ਆਪਣੀ ਅੰਸ਼ ਕਾਲਜੇ ਨਾਲ ਲਈ ਹੱਸਦੀ ਹੋਈ ਮਾਲਤੀ ਬਾਹਰ ਆਈ। ਦੇਖੋ ਜੀ, ਆਪਣਾ ਪੋਤਾ
ਆਪਾਂ ਦਾਦੀ ਦਾਦਾ ਬਣ ਗਏ। ਦੇਖ ਆਪਣਾ ਪੁੱਤ, ਆਪਣਾ ਪੁੱਤ। ਓਏ 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 ਓਏ। ਥੋੜੀ ਜਿਹੀ ਖੁਸ਼ੀ ਮਿਲੀ ਨਹੀਂ ਕਿ ਝੱਲੀ ਦੀਆਂ ਅੱਖਾਂ ਸਮੁੰਦਰ ਹੋਈਆਂ। ਝੱਲੀ ਦੀਆਂ ਅੱਖਾਂ ਸਮੁੰਦਰ ਹੋਈਆਂ ਨਹੀਂ, ਥੋੜੀ ਜਿਹੀ ਖੁਸ਼ੀ ਮਿਲੀ ਨਹੀਂ। ਨਿੱਕੇ ਜਿਹੇ ਬੋਟ ਨਾਲ ਲਾੜ ਉਡਾਉਂਦੇ ਨੂੰ ਦਿਨ ਰਾਤ ਦਾ ਫਰਕ ਭੁੱਲ ਗਿਆ। ਨੂੰ ਪੁੱਤਰ ਨੌਕਰੀ ਤੇ ਚਲੇ ਜਾਂਦੇ ਤੇ ਅਸੀਂ ਪਿੱਛੋਂ ਆਪਣੀ ਅੰਸ਼ ਦੇ ਹੁੰਗਾਰੇ ਮਾਣਦੇ। ਬਾਲ 6 ਮਹੀਨੇ ਦਾ ਹੋ ਗਿਆ। ਮਾਲਤੀ ਨੂੰ ਘਰ ਦੀ ਖਿੱਚ ਪੈਣ ਲੱਗੀ। ਉਸ ਦਾ ਉਦਾਸ ਚਿਹਰਾ ਵੇਖ ਕੇ ਮੈਂ ਬੱਚਿਆਂ ਨੂੰ ਹੁਣ ਕੁਝ ਦਿਨ ਆਪਣੇ ਘਰ ਚੱਲਣ ਲਈ ਜ਼ੋਰ ਮਾਰਿਆ। ਡੈਡੀ, ਇਹ ਕਿਹੜਾ ਬਗਾਨਾ ਘਰ ਹੈ? ਇਹ ਵੀ ਤਾਂ ਤੁਹਾਡੇ ਪੁੱਤਰ ਦਾ ਘਰ ਹੈ, ਨਹੀਂ? ਤੁਹਾਡਾ ਆਪਣਾ ਹੀ ਘਰ ਹੈ ਨਾ? ਅਰੇ ਹੁਣ ਤੁਸੀਂ ਰਿਟਾਇਰ ਹੋ ਗਏ ਹੋ, ਇੱਥੇ ਸਾਡੇ ਕੋਲ ਹੀ ਰਹੋ। ਤੁਹਾਡਾ ਹੀ ਘਰ ਹੈ ਇਹ ਵੀ। ਨੂੰ ਪੁੱਤਰ ਸਾਨੂੰ ਆਪਣੇ ਕੋਲ ਰੱਖਣ ਲਈ ਜ਼ੋਰ ਪਾਉਂਦੇ, ਪਰ ਮਾਲਤੀ ਦੀ ਜ਼ਿੱਦ ਅੱਗੇ ਅੜਨਾ ਤਾਂ ਕੀ ਮੈਂ ਕਦੇ ਕਿੰਤੂ ਪਰੰਤੂ ਵੀ ਨਹੀਂ ਕੀਤਾ। ਘਰ ਵਾਪਸੀ ਦੀ ਤਿਆਰੀ ਹੋ ਗਈ ਤੇ ਸ਼ਾਮ ਨੂੰ ਵਾਪਸ ਪਰਤਣਾ ਸੀ ਤੇ ਮਾਲਤੀ ਨੇ ਬਾਲਾਂ ਨੂੰ ਜਾਣ ਤੋਂ ਪਹਿਲਾਂ ਆਪਣੇ ਹੱਥ ਤੇ ਪਰੌਂਠੇ ਖਵਾਉਣ ਦੀ ਜ਼ਿੱਦ ਫੜ ਲਈ। ਨੂੰ ਪੁੱਤਰ ਲਈ ਖਾਣਾ ਪੈਕ ਕਰਕੇ ਨੰਨੇ ਲਈ ਦੁੱਧ ਦੀ ਬੋਤਲ ਤਿਆਰ ਕੀਤੀ। ਡੈਡੀ ਹਟੋ ਜ਼ਰਾ, ਜੰਗਾਲਿਆ ਤਾਲਾ ਇੰਜ ਨਹੀਂ ਖੋਲਣਾ। ਪਾਸੇ ਹਟੋ ਜ਼ਰਾ। ਬੋਲਦਿਆਂ ਬੇਟੇ ਨੇ ਤਾਲਾ ਖਿੱਚਿਆ। ਤੜਾਕ ਕਰਦਾ ਤਾਲਾ ਟੁੱਟਿਆ ਤੇ ਨਾਲ ਹੀ ਮੇਰੀ ਸੋਚਾਂ ਦੀ ਲੜੀ ਟੁੱਟ ਗਈ। ਵਾਹ ਮਾਲਤੀ, ਘਰ ਦੀ ਦਹਲੀਜ਼ ਤੇ ਪੈਰ ਧਰਿਆ। ਘਰ ਦੀ ਦਹਲੀਜ਼ ਤੇ ਪੈਰ ਧਰਿਆ। ਦਹਲੀਜ਼ ਤੋਂ ਲੈ ਕੇ ਮਿੱਟੀ ਬੁੱਲਾਂ ਨਾਲ ਛਾਈ, ਦਰਵਾਜ਼ੇ ਕੰਧਾਂ ਪੜੋਸਦੀ ਦੀ ਥਾਂ ਨਿਕਲ ਗਈ। ਦਰਵਾਜ਼ੇ ਤੇ ਕੰਧਾਂ ਪੜੋਸਦੀ ਦੀ ਧੂੜ ਮਿੱਟੀ ਨਾਲ ਭਰਿਆ ਘਰ, ਥਾਂ ਲੱਗੇ ਜਾਲੇ। ਨਾਲ ਇਹ ਨੌਕਰ ਨੇ ਆਉਂਦੀ ਡਿਊਟੀ ਸੰਭਾਲ ਲਈ। ਕੁਝ ਘੰਟੇ ਲੱਗੇ, ਘਰ ਬੈਠਣ ਲਾਇਕ ਸਾਫ਼ ਹੋ ਗਿਆ। ਘਰ ਦਾ ਦਰਵਾਜ਼ਾ ਚੁੰਮਦੇ ਨੇ ਕੰਧਾਂ ਸਹਿਲਾਈਆਂ। ਸਾਹਮਣੀ ਦੀਵਾਰ ਤੇ ਟੰਗੀ ਮਾਲਤੀ ਦੀ ਤਸਵੀਰ ਧੂੜ ਮਿੱਟੀ ਨਾਲ ਧੁੰਦਲੀ ਹੋਈ ਪਈ ਹੈ। ਤਸਵੀਰ ਤੇ ਪਾਇਆ ਫੁੱਲਾਂ ਦਾ ਹਾਰ ਸੁੱਕ ਚੁੱਕਿਆ, ਪਰ ਸੁੱਕੇ ਫੁੱਲਾਂ ਦੀ ਮਹਿਕ ਘਰ ਦੇ ਕੋਨੇ 'ਚ ਮਾਲਤੀ ਦੀ ਮੌਜੂਦਗੀ ਬਣ ਕੇ ਸੁਗੰਧੀਆਂ ਫੈਲਾ ਰਹੀ। ਮਾਲਤੀ ਦੀ ਤਸਵੀਰ ਤੇ ਪਾਇਆ ਫੁੱਲਾਂ ਦਾ ਹਾਰ ਸੁੱਕ ਚੁੱਕਿਆ, ਪਰ ਸੁੱਕੇ ਫੁੱਲਾਂ ਦੀ ਮਹਿਕ ਘਰ ਦੇ ਕੋਨੇ 'ਚ ਮਾਲਤੀ ਦੀ ਮੌਜੂਦਗੀ ਬਣ ਕੇ ਸੁਗੰਧੀਆਂ ਫੈਲਾ ਰਹੀ ਹੈ। 3 ਸਾਲ ਹੋ ਗਏ ਮਾਲਤੀ, 3 ਸਾਲ ਹੋ ਗਏ ਮਾਲਤੀ। ਹੱਸਦੀ ਖੇਡਦੀ ਪੋਤੇ ਦਾ ਮੂੰਹ ਵੇਖਣ ਗਈ ਹੈ। ਫੁੱਲਾਂ ਦੇ ਰੂਪ ਵਿੱਚ ਕਲਸ਼ 'ਚ ਬੰਦ ਹੋ ਕੇ ਆਖਰੀ ਫੇਰੀ ਪਾਉਣ ਆਈ ਤੇ ਹਮੇਸ਼ਾ ਲਈ ਕੰਧ ਤੇ ਟੰਗੀ ਤਸਵੀਰ ਬਣ ਕੇ
मालती मालती कोई इंज भी जाता है भला मालती मालती कोई इंज भी जाता मालती कोई इंज भी जाता मालती तेरे जाड़ मगरो अज आया वेख वेख तेरा पोता नाल लेके आया माती वेख तेरा पोता नाल लेके आया वेखो डैडी हुण तुहाडी इच्छा साडे सिर मत्थे कल नन्ने दे मुंडन करवा के नाल ही दलाल नाल गल कर लो हुण मेरा ते तुहाडी ਨੂੰਹ ਦਾ ਇੱਥੇ ਹੋਣਾ ਸੰਭਵ ਨਹੀਂ ਹੋ ਪਾਉਣਾ ਗੁੜਗਾਉਂ ਵਰਗੀ ਥਾਂ ਛੱਡ ਕੇ ਇੱਥੇ ਹੋਣਾ ਕੋਈ ਤਾਂ ਕੀ ਅਸੀਂ ਖੁਦ ਵੀ ਆਪਣੇ ਆਪ ਨੂੰ ਮੂਰਖ ਨਹੀਂ ਮਾਂ ਮੂਰਖ ਹੀ ਕਹਾਂਗੇ ਨਾਲੇ ਡੈਡੀ ਅੱਗੋਂ ਨੰਨੇ ਦੇ ਵੀ ਭਵਿੱਖ ਦਾ ਸਵਾਲ ਹੈ ਨਾ ਜਿਸ ਸਕੂਲ 'ਚ ਉਹਦਾ ਦਾਖਲਾ ਕਰਵਾਉਣਾ ਵਿਚਾਰ ਹੈ ਕਿ ਇੰਟਰਨੈਸ਼ਨਲ ਸਕੂਲਸ ਐਂਡ ਯੂਨੀਵਰਸਿਟੀ ਨਾਲ ਐਫੀਲੀਏਟਡ ਹੈ ਉੱਥੇ ਕਰਾਉਣਾ ਦਾਖਲਾ ਦਾ ਤੇ ਆਪਾਂ ਇਸ ਘਰ ਨੂੰ ਜੱਫਾ ਮਾਰ ਕੇ ਕਰਾਂਗੇ ਵੀ ਕੀ ਆ ਹੀ ਨਹੀਂ ਸਕਦੇ ਇੱਥੇ ਗੁੜਗਾਉਂ ਛੱਡ ਕੇ ਕਿਵੇਂ ਆ ਸਕਦੇ ਹਾਂ ਹਾਂ ਪਰ ਬੇਟੇ ਇਸ ਘਰ ਦੀ ਮਾਲਕਣ ਤੁਹਾਡੀ ਮਾਂ ਹੈ ਨਾ ਉਹਦੀ ਇੱਛਾ ਬਗੈਰ ਮੈਂ ਇਹ ਫੈਸਲਾ ਨਹੀਂ ਲੈ ਸਕਦਾ ਬੇਟਾ ਮੈਂ ਫੈਸਲਾ ਨਹੀਂ ਲੈ ਸਕਦਾ ਇਹ ਆ ਕੇ ਮੇਰੇ ਕੋ ਵਕਤ ਬਹਿਸ ਦਾ ਅੰਤ ਕਰ ਦਿੱਤਾ ਨੂੰ ਪੁੱਤ ਨੂੰ ਵਾਪਸ ਜਾਣ ਦੀ ਕਾਹਲੀ ਹੈ ਤੇ ਮੈਨੂੰ ਵੀ ਨਾਲ ਲੈ ਕੇ ਜਾਣ ਦੀ ਜ਼ਿੱਦ ਫੜੀ ਹੋਈ ਹੈ ਉਹਨਾਂ ਨੂੰ ਮੇਰੀ ਕੋਈ ਲੋੜ ਨਹੀਂ ਸਗੋਂ ਬੁਢਾਪੇ ਵਿੱਚ ਬਿਮਾਰੀ ਖਾਦਾ ਸਰੀਰ ਮੇਰੇ ਆਪਣੇ ਵਾਸਤੇ ਬੋਝ ਹੈ ਅਸਲ ਵਿੱਚ ਬੱਚੇ ਮੇਰਾ ਬਹੁਤ ਖਿਆਲ ਰੱਖਦੇ ਨੇ ਤੇ ਇਸ ਹਾਲਤ ਵਿੱਚ ਮੈਨੂੰ ਇਕੱਲਾ ਛੱਡਣ ਲਈ ਮੂਲੋਂ ਰਾਜ਼ੀ ਨਹੀਂ ਮਾਲਤੀ ਦੇ ਜਾਣ ਤੋਂ ਬਾਅਦ ਮੈਂ ਪਹਿਲਾਂ ਵਾਲਾ ਮੈਂ ਰਿਹਾ ਹੀ ਕਿੱਥੇ ਹਾਂ ਪਹਿਲਾਂ ਵਾਲਾ ਮੈਂ ਰਿਹਾ ਹੀ ਕਿੱਥੇ ਹਾਂ ਮਾਲਤੀ ਦੇ ਜਾਣ ਤੋਂ ਬਾਅਦ ਮਾਲਤੀ ਦੀ ਤਸਵੀਰ ਲਗਾਉਣ ਲਈ ਪੂਰੀ ਕੰਧ ਤੇ ਕਰਵਾਇਆ ਤਾਜ਼ਾ ਪੇਂਟ ਚਮਕ ਰਿਹਾ ਮਾਲਤੀ ਦੀ ਤਸਵੀਰ ਨੌਕਰ ਹੱਥੋਂ ਲੈ ਕੇ ਮੈਂ ਆਪ ਸਾਫ਼ ਕਰਕੇ ਟੰਗੀ ਹੈ ਤਾਜ਼ਾ ਗੇਂਦੇ ਦਾ ਹਾਰ ਪਾ ਕੇ ਤਸਵੀਰ ਬਣੀ ਵੀ ਫੁਲਵਾੜੀ ਵਾਂਗ ਖਿੜੀ ਲੱਗ ਰਹੀ ਹੈ ਮੇਰੀ ਮਾਲਤੀ ਤਾਜ਼ਾ ਗੇਂਦੇ ਦਾ ਹਾਰ ਪਾ ਕੇ ਤਸਵੀਰ ਬਣੀ ਵੀ फुलवाड़ी वांग खड़ी लग रही है मेरी मालती मैं तस्वीर नूं सहलाया क्या लेंदा पता नहीं चित विच की है जेब चों पर्स कटिया अपनी पासपोर्ट साइज फोटो कटी मालती दी फोटो दा हर एक पासे चुक के सज्जे पासे अपनी फोटो फ्रेम में चढ़ोग देती मेरी मालती मेरी मालती वापसी दी तैयारी हो गई है घर नूं लगाउण लई आया नवां ताला हत्थ विच फड़ी पुत्तर दलाल नाल घर वेचण दी गल कर रहा नहीं जी नहीं इत्थे कोई इन्वेस्टमेंट नहीं करनी सी हाँ गुड़गांव कुछ होर प्रॉपर्टी लैण दा विचार है थोड़ी नॉलेज कोई पड़ते वाला सौदा होए तो दस्सिओ इत्थे कोई विचार नहीं इन्वेस्टमेंट उसने ताला नन्ने हाथ दे के मेरे वाल तोड़ दिता
ਆਪ ਦਲਾਲ ਨਾਲ ਡੂੰਗੀ ਗੱਲਬਾਤ ਕਰਨ ਲੱਗਿਆ। ਨਾ ਜੀ ਨਾ, ਵਾਪਸੀ ਕਿੱਥੇ? ਵਾਪਸੀ ਨਹੀਂ, ਇੱਥੇ ਇੱਥੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਟਾਈਮ ਹੀ ਕਿੱਥੇ ਹੈ ਜੀ? ਇੱਥੇ ਨਹੀਂ ਵਾਪਸੀ ਹੋ ਸਕਦੀ। ਉਸਦੇ ਬੋਲ ਮੈਨੂੰ ਡੋਬੂ ਪਾ ਰਹੇ ਨੇ। ਦਾਦੂ ਢਿੱਲੋ, ਦਾਦੂ ਜੀ ਢਿੱਲੋ, ਹੈਲੋ ਢਿੱਲੋ ਦਾਦੂ। ਪਿਤਾ ਵੱਲੋਂ ਫੜਾਇਆ ਤਾਲਾ ਮੇਰੇ ਹੱਥ ਦੇ ਕੇ ਨੰਨਾ ਮੇਰੀ ਬਾਂਹ ਫੜ ਕੇ ਕਾਰ ਵੱਲ ਚੱਲਣ ਦਾ ਇਸ਼ਾਰਾ ਕਰ ਰਿਹਾ ਹੈ। ਪਤਾ ਨਹੀਂ ਫਿਰ ਕਦੇ ਮੁੜਨਾ ਵੀ ਹੈ ਕਿ ਨਹੀਂ, ਪਤਾ ਨਹੀਂ ਫਿਰ ਕਦੇ ਮੁੜਨਾ ਹੈ ਕਿ ਨਹੀਂ। ਇਹ ਸੋਚਦਿਆਂ ਤਾਲਾ ਮਾਰ ਕੇ ਚਾਬੀ ਨੰਨੇ ਦੀ ਮੁੱਠੀ ਕੁੱਟ ਦਿੱਤੀ। ਮੈਂ ਇੱਕ ਵਾਰ ਫੇਰ ਦਰਵਾਜ਼ੇ ਨੂੰ ਪਲੋਸਿਆ, ਚੁੰਮਿਆ ਤੇ ਜਾਣ ਨੂੰ ਖੜੀ ਕਾਰ ਵੱਲ ਨੂੰ ਹੋ ਗਿਆ।